आप लिहो तुम कथा सुधारी। सतनाम श्री वाहिगुरु साहिब जी। दोहरा सब ही सभा विचार कै, बोले मुख्य जितेक। नौरंग टेक जानो कठन, अवगुण गिन कितेक। वाहिगुरु जी का खालसा, वाहिगुरु जी की फतेह। परम सन्मान जो गुरु रूप गुरु खालसा साध संगत जी, ਆਪ ਜੀ ਅਤਿਅੰਤ ਵਡਭਾਗੇ ਹੋ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਆਪਣੇ ਚਰਨਾਂ ਵਿੱਚ ਸੱਦਿਆ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸੰਧਿਆ ਦੇ ਦੀਵਾਨਾਂ ਵਿੱਚ ਸਰਵਣ ਕੀਤੇ ਹਨ। ਆਓ ਹੁਣ ਗੁਰੂ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੀ ਪਾਵਨ ਕਥਾ ਨਾਲ ਜੁੜ ਜਾਈਏ। ਜਦੋਂ ਔਰੰਗਜ਼ੇਬ ਦਾ ਸੱਦਾ ਆਇਆ ਹੈ, ਗੁਰੂ ਸਾਹਿਬ ਨੇ ਸਾਰੇ ਬੇਦੀ, ਤਰੇਹਣ, ਭੱਲੇ, ਸੋਢੀ ਸਾਹਿਬਜ਼ਾਦੇ ਗੁਰੂ ਵੰਸ਼ ਵਿੱਚੋਂ ਇਕੱਠੇ ਕੀਤੇ ਹਨ ਤੇ ਸਾਰਿਆਂ ਨੂੰ ਮਹਾਰਾਜ ਨੇ ਇਸ ਸਮੱਸਿਆ ਬਾਰੇ ਦੱਸਿਆ ਹੈ ਕਿ ਔਰੰਗਜ਼ੇਬ ਬਾਦਸ਼ਾਹ ਜੋ ਬੜਾ ਹੰਕਾਰੀ ਵਾਦੀ ਹੈ, ਗੁਰੂ ਘਰ ਦੀ ਕਰਾਮਾਤ, ਗੁਰੂ ਘਰ ਦੀ ਸ਼ਕਤੀ ਦੇਖਣੀ ਚਾਹੁੰਦਾ ਹੈ। ਹਰ ਇੱਕ ਮਹਾਂਪੁਰਸ਼ ਸੰਤ ਮਹਾਂਪੁਰਸ਼ ਕੋਲੋਂ ਇਹੀ ਮੰਗ ਰੱਖਦਾ, ਪਹਿਲੇ ਨੰਬਰ 'ਤੇ ਕਰਾਮਾਤ ਦਿਖਾਓ। ਜੇ ਕੋਈ ਸਾਧੂ ਮਹਾਤਮਾ ਬ੍ਰਹਮ ਗਿਆਨੀ ਕਰਾਮਾਤ ਨਹੀਂ ਦਿਖਾਉਣਾ ਚਾਹੁੰਦਾ, ਉਹਨੂੰ ਕਹਿੰਦਾ ਵੀ ਤੁਸੀਂ ਸ਼ਰ੍ਹਾ ਵਿੱਚ ਇਸਲਾਮ ਦੇ ਦਾਇਰੇ ਵਿੱਚ ਆਓ, ਪੱਕੇ ਨਮਾਜ਼ੀ ਬਣੋ, ਮੁਸਲਮਾਨ ਬਣੋ। ਅਤੇ ਜੇ ਕੋਈ ਮੁਸਲਮਾਨ ਵੀ ਨਾ ਬਣੇ, ਫਿਰ ਉਹਨੂੰ ਕਹਿੰਦਾ ਇਹਨੂੰ ਕਤਲ ਕਰ ਦਿਓ। ਇਸ ਤਰ੍ਹਾਂ ਦੀ ਉਹਦੀ ਬਿਰਤੀ ਹੈ। ਜਦੋਂ ਇਹ ਗੱਲ ਸਾਰੇ ਦਰਬਾਰ ਵਿੱਚ ਚੱਲੀ ਤਾਂ ਕੋਈ ਵੀ ਸਾਧ ਸੰਗਤ ਜੀ ਹੁਣ ਔਰੰਗਜ਼ੇਬ ਦੇ ਕੋਲ ਜਾਣ ਲਈ ਤਿਆਰ ਨਹੀਂ ਹੋ ਰਿਹਾ। ਸਾਰਿਆਂ ਨੇ ਉਸ ਵੇਲੇ ਸਿਰ ਨੀਵੇਂ ਕਰ ਲਏ ਹਨ। ਗੁਰੂ ਸਤਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਚਰਚਾ ਜੇ ਜਾਰੀ ਹੈ। ਆਓ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਹੀ ਸਭਾ ਵਿਚਾਰ ਕੈ, ਸਾਰੀ ਗੁਰਸਿੱਖ ਸਭਾ ਨੇ, ਗੁਰੂ ਸਾਹਿਬ ਜੀ ਨੇ ਸਾਰਿਆਂ ਨੇ ਵਿਚਾਰ ਕੀਤੀ ਹੈ। ਬੋਲੇ ਮੁਖੀ ਜਿਤੇਕ, ਜਿੰਨੇ ਮੁਖੀ ਸਿੱਖ ਸਨ, ਗੁਰੂ ਘਰ ਦੇ ਮਸੰਦ ਸਨ, ਜ਼ਿੰਮੇਵਾਰ ਸਨ, ਬੇਦੀ, ਸੋਢੀ ਸਾਹਿਬਜ਼ਾਦੇ ਸਨ, ਸਾਰੇ ਬੋਲੇ ਹਨ। ਨੌਰੰਗ ਟਿਕ ਜਾਨੋ ਕਠਨ, ਹੇ ਸਤਿਗੁਰੂ ਜੀ, ਔਰੰਗਜ਼ੇਬ ਕੋਲ ਜਾਣਾ ਸੌਖਾ ਨਹੀਂ ਹੈ, ਬੜਾ ਕਠਿਨ ਹੈ, ਲੋਹੇ ਦੇ ਚਣੇ ਚੱਬਣ ਵਾਲਾ ਕੰਮ ਹੈ। ਪਤਾ ਨਹੀਂ ਉੱਥੇ ਗਿਆ ਕੀ ਭਾਣਾ ਵਰਤ ਜਾਵੇ। ਅਵਗੁਣ ਗਿਨ ਕਿਤੇਕ, ਉਹਦੇ ਕੋਲ ਜਾਣ ਦੇ ਬੜੇ ਔਗਣ ਹਨ, ਬੜੇ ਨੁਕਸਾਨ ਹਨ, ਜੋ ਕਿ ਗੁਰੂ ਘਰ ਦੀ ਮਹਾਨਤਾ ਨੂੰ ਵੀ ਸੱਟ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਤਾ ਨਹੀਂ ਉਹ ਕੀ ਕਰ ਦਵੇ। ਪ੍ਰਾਨ ਹਾਨ ਲੋ ਜਹ ਕਠਨਾਈ, ਜਿੱਥੇ ਮੌਤ ਨਾਲ ਗੱਲਬਾਤ ਹੋਣੀ ਹੈ, ਭਾਵ ਜਾਨ ਵੀ ਜਾ ਸਕਦੀ ਹੈ, ਇੰਨੀ ਕਠਿਨਾਈ ਹੈ। ਛੋਟੀ ਮੋਟੀ ਕਠਿਨਾਈ ਨਹੀਂ, ਔਰੰਗਜ਼ੇਬ ਕਿਸੇ ਦਾ ਵੀ ਸਿਰ ਕਲਮ ਕਰ ਸਕਦਾ ਹੈ, ਹਿੰਦੂ ਧਰਮ ਦਰੋਹੀ ਬਿਦਤਾਈ, ਕਿਉਂਕਿ ਉਹ ਹਿੰਦੂ ਧਰਮ ਦਾ ਬਹੁਤ ਵੱਡਾ ਦੁਸ਼ਮਣ ਹੈ, ਦਰੋਹੀ ਹੈ। ਉਹ ਹਿੰਦੂਆਂ ਨੂੰ ਭਾਵੇਂ ਉਹ ਕਿਸੇ ਸੰਪਰਦਾ ਦੇ ਹੋਣ ਚੰਗਾ ਨਹੀਂ ਸਮਝਦਾ ਤੇ ਗੁਰੂ ਕੇ ਸਿੱਖਾਂ ਨਾਲ ਵੀ ਵੈਰ ਕਰਦਾ ਹੈ। ਕਿਸ ਕੀ ਜਹ ਸਹਾਇਤਾ ਨਾਹੀ, ਔਰ ਉੱਥੇ ਕੋਈ ਮਦਦਗਾਰ ਵੀ ਨਹੀਂ। ਔਰੰਗਜ਼ੇਬ ਦੀ ਕਚਹਿਰੀ ਵਿੱਚ, ਜਿੱਥੇ ਔਰੰਗਜ਼ੇਬ ਦਾ ਹੁਕਮ ਚੱਲਦਾ ਹੈ, ਕੋਈ ਮਦਦਗਾਰ ਵੀ ਨਹੀਂ ਹੈ ਜਿਹੜਾ ਸਾਡੀ ਉੱਥੇ ਮਦਦ ਕਰ ਸਕੇ। ਦੁਸ਼ਮਨ ਸੰਪਯਤ ਪਰਮਾਹੀ, ਸਾਰਾ ਵਰਤਾਰਾ ਉੱਥੋਂ ਦੇ ਅਫਸਰ, ਕਾਜੀ, ਮੁੱਲਾ, ਮੁਲਾਣੇ ਗੁਰੂ ਕੇ ਸਿੱਖਾਂ ਦੇ ਵੈਰੀ ਹੀ ਹਨ, ਭਾਵ ਧਰਮੀ ਬੰਦਿਆਂ ਦੇ, ਹਿੰਦੂਆਂ ਦੇ, ਸਿੱਖਾਂ ਦੇ ਦੁਸ਼ਮਣ ਹਨ। ਨਹੀਂ ਉਬਾਰ ਸਕੈ ਜਹ ਕੋਈ, ਉੱਥੇ ਕੋਈ ਬਚਾਅ ਵੀ ਨਹੀਂ ਕਰ ਸਕਦਾ। ਔਰੰਗਜ਼ੇਬ ਦੀ ਕਚਹਿਰੀ ਵਿੱਚ ਆਪਨ ਪੱਖਿਆ ਕੀ ਬਾਤ ਨ ਹੋਈ, ਆਪਣੇ ਪੱਖ ਦੀ ਉੱਥੇ ਗੱਲ ਹੀ ਨਹੀਂ ਹੁੰਦੀ। ਆਪਣਾ ਪੱਖ ਕੋਈ ਸੁਣਦਾ ਹੀ ਨਹੀਂ, ਆਪਣਾ ਪੱਖ ਕੋਈ ਰੱਖ ਨਹੀਂ ਸਕਦਾ। ਜੇ ਅਸੀਂ ਆਪਣੇ ਪੱਖ ਦੀ ਗੱਲ ਕਰੀਏ ਵੀ ਤਾਂ ਉਹ ਲੋਕ ਸੁਣ ਕੇ ਸੜਬਲ ਜਾਂਦੇ ਆ ਤੇ ਉਸੇ ਵੇਲੇ ਦੁਸ਼ਮਣ ਬਣ ਜਾਂਦੇ ਹਨ। ਤਹ ਪਹੁੰਚਨ ਕੋ ਅਤ ਉਤਸ਼ਾਹੂ, ਉੱਥੇ ਜਾਣ ਵਾਸਤੇ ਹੌਸਲਾ ਬੜਾ ਚਾਹੀਦਾ, ਉਤਸ਼ਾਹ ਚਾਹੀਦਾ। ਸਾਡੇ ਕਿਸੇ ਵਿੱਚ ਵੀ ਇੰਨਾ ਹੌਸਲਾ ਨਹੀਂ ਕਿ ਉਹ ਔਰੰਗੇ ਦੀ ਕਚਹਿਰੀ ਵਿੱਚ ਜਾ ਕੇ ਬੋਲ ਸਕੇ। ਨਾਹਿਨ ਲਖੀਤ ਹਮ ਸਭ ਮਾਹੂ,
ਸਾਡੇ ਕਿਸੇ ਵਿੱਚ ਵੀ ਇੰਨਾ ਉਤਸ਼ਾਹ ਨਹੀਂ। ਭਾਵ ਬੇਦੀ ਸਾਹਿਬਜ਼ਾਦੇ ਸੋਢੀ ਭੱਲੇ ਤਰੇਣ ਕਹਿਣ ਲੱਗੇ, ਗੁਰੂ ਘਰ ਦੇ ਵਿੱਚ ਜਿਹੜੇ ਗੁਰੂ ਕੀ ਅੰਸ਼ ਬੰਸ ਵਿੱਚੋਂ ਸਨ, ਉਹਨਾਂ ਸਾਰਿਆਂ ਨੇ ਇੱਕ ਤਰ੍ਹਾਂ ਨਾਲ ਹੱਥ ਖੜੇ ਕਰ ਦਿੱਤੇ ਵੀ ਉੱਥੇ ਜਾਣਾ ਮੁਸ਼ਕਲ ਹੈ। ਔਰੰਗਜ਼ੇਬ ਦੀ ਕਚਹਿਰੀ 'ਚ ਜਾ ਕੇ ਗੱਲਬਾਤ ਕਰਨੀ, ਔਰੰਗਜ਼ੇਬ ਨੂੰ ਧਰਮ ਬਾਰੇ ਦੱਸਣਾ, ਕਰਾਮਾਤਾਂ ਦਿਖਾਣੀਆਂ, ਇਹ ਕੋਈ ਸੌਖਾ ਕੰਮ ਨਹੀਂ। ਇਹ ਬਹੁਤ ਅਲੂਣੀ ਸਿਲ ਚੱਟਣ ਵਾਲਾ ਕੰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਸਾਡੇ 'ਚ ਇੰਨੀ ਸਮਰੱਥਾ ਨਹੀਂ ਕਿ ਅਸੀਂ ਦਿੱਲੀ ਜਾਈਏ। ਉਚਿਤ ਜਾਣ ਕੇ ਹੋ ਅਬ ਆਪੂ। ਸੱਚੇ ਪਾਤਸ਼ਾਹ ਆਪ ਜੀ ਨੂੰ ਜਾਣਾ ਯੋਗ ਬਣਦਾ ਹੈ। ਆਪ ਜੀ ਜਾਣਦੇ ਉਚਿਤ ਹੋ। ਭਾਵ ਜੇ ਆਪ ਜੀ ਦਿੱਲੀ ਜਾਓ ਤੇ ਆਪ ਜੀ ਉੱਥੇ ਬਾਦਸ਼ਾਹ ਦੀ ਕਚਹਿਰੀ ਵਿੱਚ ਬਾਦਸ਼ਾਹ ਦੀ ਤਸੱਲੀ ਕਰਾ ਸਕਦੇ ਹੋ, ਕਿਉਂਕਿ ਤੁਸੀਂ ਤਾਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਔਰ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ। ਸਭ ਤੇ ਅਤ ਵਿਸਾਲ ਪ੍ਰਤਾਪੂ। ਕਿਉਂਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮਹਾਰਾਜ ਤੁਹਾਡਾ ਪ੍ਰਤਾਪ ਬਹੁਤ ਹੈ, ਬਹੁਤ ਵੱਡਾ ਪ੍ਰਤਾਪ ਹੈ ਗੁਰੂ ਨਾਨਕ ਦੀ ਗੱਦੀ ਦਾ। ਜਿੱਥੇ ਤੁਸੀਂ ਜਾਓਗੇ ਉੱਥੇ ਆਪਣਾ ਸਿੱਕਾ ਮਨਾ ਲਓਗੇ, ਡੰਕਾ ਵਜਾ ਦਿਓਗੇ। ਐਸੋ ਜਗ ਮਹਿ ਦੇਖਿਤ ਨ ਦੂਜੇ। ਇਹ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ਼ ਸਤਿਗੁਰੂ ਜੀ, ਐਸਾ ਕੋਈ ਦੂਸਰਾ ਮਹਾਂਪੁਰਸ਼ ਨਜ਼ਰ ਨਹੀਂ ਆਉਂਦਾ ਜਿਹੜਾ ਆਪ ਜੀ ਦੀ ਬਰਾਬਰੀ ਕਰ ਸਕੇ। ਤੁਮਰੀ ਸਮਸਰਤਾ ਕਹ ਪੂਜੇ। ਤੁਹਾਡੇ ਬਰਾਬਰ ਕੋਈ ਪਹੁੰਚ ਨਹੀਂ ਸਕਦਾ। ਸਭ ਤੇ ਵੱਡ ਸਮਰੱਥ ਗੁਰਦੇਵ, ਸਾਰਿਆਂ ਤੋਂ ਵੱਡੇ ਹੋ, ਸਾਰੀ ਸਮਰੱਥਾ ਦੇ ਮਾਲਕ ਹੋ ਸਤਿਗੁਰੂ ਜੀ। ਜਿਨ ਕੋ ਨਾਮ ਸਿਮਰਬੋ ਕਰਵੇ। ਏ ਮਹਾਰਾਜ, ਆਪ ਜੀ ਦਾ ਤਾਂ ਨਾਂ ਲੈਣ ਨਾਲ ਹੀ ਭਲਾ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਗੱਦੀ ਦੇ ਮਾਲਕ ਆਪ ਸਤਵੇਂ ਪਾਤਸ਼ਾਹ ਹੋ। ਨਾਮ ਸਿਮਰਨ ਨਾਲ ਹੀ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਧੰਨ ਗੁਰੂ ਹਰਿਰਾਏ ਸਾਹਿਬ ਜੀ ਜਪਣ ਨਾਲ ਹੀ ਜੀਵ ਦਾ ਕਲਿਆਣ ਹੋ ਜਾਂਦਾ ਹੈ। ਬਿਗਨ ਅਨੇਕਨ ਤਤ ਛਿਨ ਹਰਵੇ। ਆਪ ਜੀ ਦੇ ਨਾਂ ਲੈਣ ਨਾਲ ਹੀ ਸਾਰੇ ਬਿਗਨ ਦੂਰ ਹੋ ਜਾਂਦੇ ਹਨ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਰੇ ਬਿਗਨਾਂ ਦਾ ਨਾਸ ਕਰਨ ਵਾਲੇ ਹੋ ਆਪ ਜੀ। ਸੋ ਤੁਮ ਆਪ ਜਹਾਂ ਚਲ ਜਾਵਹੁ। ਇਹ ਸੱਚੇ ਪਾਤਸ਼ਾਹ, ਆਪ ਜੀ ਜਿੱਥੇ ਵੀ ਜਾਓਗੇ ਸੰਸਾਰ ਦੇ ਵਿੱਚ ਫਤਿਹ ਹੀ ਪਾਓਗੇ। ਤੁਹਾਡੇ ਸਾਹਮਣੇ ਕੋਈ ਅੜ ਨਹੀਂ ਸਕਦਾ। ਕੌਣ ਅਰੈ ਸਤਿਗੁਰ ਕੇ ਆਗੇ, ਅਮਰ ਮਰੈ ਅਚਲ ਜੂ ਜਲ ਜਾਏ। ਬੜ ਅਥਾ ਕੋ ਥਾ ਦੇਤ ਕਰ, ਮਹਾਬਲੀ ਤਤ ਛਿਨ ਨਿਬਲਾਏ। ਮੇਰ ਬੜਾਈ ਰਾਈ ਠਾਨਤ, ਪਾਤਸ਼ਾਹ ਕੋ ਰੰਕ ਬਣਾਏ। ਮਹਾ ਸੂਰਮਾ ਕਾਇਰ ਹੋਵੈ, ਗੁਰ ਰਿਸ ਤਨਕ ਜੋ ਦ੍ਰਿਸ਼ਟ ਚਲਾਏ। ਸੱਚੇ ਪਾਤਸ਼ਾਹ, ਜਿਹੜੇ ਪਾਸੇ ਤੁਸੀਂ ਪਿਆਰ ਦੀ ਨਿਗਾਹ ਕਰਦੇ ਹੋ ਤੇ ਬੇੜਾ ਬੰਨੇ ਲਾ ਦਿੰਦੇ ਹੋ। ਜਿੱਧਰ ਮਹਾਰਾਜ ਜੀ ਮਾਰ ਕਰੋਪੀ ਦੀ ਨਿਗਾਹ ਕਰਦੇ ਹੋ ਫਿਰ ਛੱਡਦੇ ਕੁਛ ਨਹੀਂ। ਆਪ ਜੀ ਬਹੁਤ ਵੱਡੇ ਹੋ ਸਤਿਗੁਰੂ ਜੀ। ਕਾਜ ਸੰਪੂਰਨ ਸਗਲ ਬਨਾਵਹੁ। ਜਿਹੜੇ ਕੰਮ ਨਹੀਂ ਬਣ ਸਕਦੇ ਉਹ ਵੀ ਬਣਾ ਸਕਦੇ ਹੋ। ਗਈ ਬਹੌਰ ਬੰਦੀ ਛੋਰ, ਨਿਰੰਕਾਰ ਦੁਖਦਾਰੀ। ਜਿਹੜੀ ਚੀਜ਼ ਚਲੀ ਗਈ ਉਹਨੂੰ ਵਾਪਸ ਲਿਆ ਸਕਦੇ ਹੋ। ਜਿਹੜੀ ਬੰਦੀ 'ਚ ਕੈਦ ਵਿੱਚ ਪਿਆ ਹੋਇਆ ਉਹਨੂੰ ਕੈਦ 'ਚੋਂ ਛੁਡਾ ਸਕਦੇ ਹੋ। ਆਪ ਜੀ ਬੰਧਨ ਕੱਟਣ ਵਾਲੇ ਸਤਿਗੁਰੂ ਹੋ। ਦੁਸ਼ਟ ਦਰਪ ਕਹ ਦਮ ਨ ਹੋ ਜਾਏ। ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਵਾਜ਼, ਆਪ ਦੁਸ਼ਟਾਂ ਦਾ ਹੰਕਾਰ ਤੋੜੋ ਜਾ ਕੇ। ਔਰੰਗਜ਼ੇਬ ਨੂੰ ਬਹੁਤ ਅਫਾਰਾ ਹੋਇਆ ਆਪਣੀ ਸ਼ਰ੍ਹਾ ਦਾ, ਆਪਣੇ ਰਾਜ ਦਾ। ਉਹ ਲਾ ਦਿਓ, ਸਾਰਾ ਉਹਦਾ ਹੰਕਾਰ ਦੂਰ ਕਰ ਦਿਓ। ਰਾਵਰ ਵਾਕ ਨ ਨਿਸ਼ਫਲ ਗਾਏ। ਆਪ ਜੀ ਦੀ ਰਸਨਾ ਤੋਂ ਨਿਕਲੇ ਬੋਲ ਨਿਸਫਲ ਨਹੀਂ ਜਾਣਗੇ, ਕਿਉਂਕਿ ਜੋ ਵੀ ਆਪ ਜੀ ਨੇ ਕਹਿ ਦਿੱਤਾ ਹੋ ਜਾਣਾ ਹੈ। ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਆਪ ਜੀ ਦੇ ਬਚਨ ਅਟਲ ਹਨ ਸਤਿਗੁਰੂ ਜੀ। ਫਿਰ ਕੇਸ਼ਰ ਦਰੋਹੀ ਮਦਮਤਾ। ਇਹ ਸੱਚੇ ਪਾਤਸ਼ਾਹ, ਔਰੰਗਜ਼ੇਬ ਬੜਾ ਦਰੋਹੀ ਹੈ ਤੇ ਹੰਕਾਰ ਵਿੱਚ ਮਸਤਿਆ ਹੋਇਆ ਹੈ। ਤੀਰਗ ਹੰਕਾਰੀ ਚੌਗਤਾ। ਬਹੁਤ ਵੱਡਾ ਹੰਕਾਰੀ ਹੈ। ਚੁਗੱਤਾ ਇਹਦੀ ਸਾਧ ਸੰਗਤ ਜੀ ਅਲ ਸੀ, ਗੋਤ ਸੀ ਇਹਨਾਂ ਦਾ। ਜਿਹੜਾ ਮੁਗਲ ਬਾਦਸ਼ਾਹ ਚੁਗੱਤਾ, ਬਾਬਰ ਵੀ ਚੁਗੱਤਾ ਕਹਿੰਦੇ, ਹਮਾਯੂੰ ਨੂੰ ਵੀ ਚੁਗੱਤਾ, ਇਹਨਾਂ ਦੇ ਅਲ ਸੀਗੀ। ਜਿਵੇਂ ਗੋਤ ਹੁੰਦਾ ਇਸ ਤਰ੍ਹਾਂ ਇਹ ਚੁਗੱਤਾ ਜਿਹੜਾ ਹੈ ਔਰੰਗਾ ਬੜਾ ਹੰਕਾਰੀ ਹੈ। ਇਸ ਤੇ ਬਿਨਾ ਥਾਨ ਜੋ ਆਨ। ਇਹ ਮਹਾਰਾਜ, ਇਸ ਤੋਂ ਬਿਨਾ ਹੋਰ ਜੋ ਥਾਂ ਹਨ ਉੱਥੇ ਅਸੀਂ ਜਾ ਸਕਦੇ ਹਾਂ।
ਪਰ ਔਰੰਗਜ਼ੇਬ ਦੀ ਕਚਹਿਰੀ 'ਚ ਜਾ ਕੇ ਉਹਦੇ ਨਾਲ ਗੱਲਬਾਤ ਕਰਨੀ, ਔਰੰਗਜ਼ੇਬ ਦੀ ਤਸੱਲੀ ਕਰਾਣੀ, ਔਰੰਗਜ਼ੇਬ ਨੂੰ ਕੋਈ ਕਰਾਮਾਤ, ਕੋਈ ਸ਼ਕਤੀ ਦਿਖਾਣੀ ਸਾਡੇ ਵੱਸ ਵਿੱਚ ਨਹੀਂ ਹੈ। ਜਹ ਪਠ ਬਹੁਤ ਹੈ ਕਰੈ ਪਿਆਨ। ਹੇ ਮਹਾਰਾਜ, ਜਿੱਥੇ ਆਪ ਜੀ ਭੇਜੋ, ਹੋਰ ਕਿਤੇ ਵੀ ਭੇਜੋ, ਅਸੀਂ ਜਾਣ ਨੂੰ ਤਿਆਰ ਹਾਂ, ਪਰ ਔਰੰਗਜ਼ੇਬ ਦੀ ਕਚਹਿਰੀ 'ਚ ਜਾਣ ਦੀ ਸਾਡੇ 'ਚ ਸਮਰੱਥਾ ਨਹੀਂ ਹੈ। ਬੁੱਧ ਬਲ ਤੇ ਕੈ ਅਜਮਤ ਕਰਕੇ। ਜਿੱਥੇ ਆਪ ਜੀ ਭੇਜੋਗੇ ਅਸੀਂ ਜਾਵਾਂਗੇ, ਹੋਰ ਜਿੱਥੇ ਵੀ ਭੇਜੋਗੇ ਆਪਣੀ ਬੁੱਧੀ ਨਾਲ ਜਾਂ ਆਪਣੀ ਸ਼ਕਤੀ ਨਾਲ, ਆਪਣੀ ਕਰਾਮਾਤ ਨਾਲ ਉੱਥੇ ਫਤਿਹ ਪਾ ਲਵਾਂਗੇ। ਪਰ ਗੁਰੂ ਜੀ, ਔਰੰਗਜ਼ੇਬ ਦੀ ਕਚਹਿਰੀ 'ਚ ਕੋਈ ਹੋਰ ਤੁਹਾਡੇ ਤੋਂ ਬਿਨਾਂ ਨਹੀਂ ਜਾ ਸਕਦਾ। ਕਾਰਜ ਅਨਹ ਸਕਲ ਸਦਰ ਕੈ। ਹੋਰ ਮਹਾਰਾਜ, ਜਿੱਥੇ ਵੀ ਭੇਜੋਗੇ ਅਸੀਂ ਜਾ ਕੇ ਫਤਿਹ ਕਰਕੇ ਮੋਰਚਾ ਆ ਜਾਵਾਂਗੇ। ਰਾਵਰ ਸਰਬ ਭਾਂਤ ਸਮਰੱਥ। ਆਪ ਜੀ ਮਹਾਰਾਜ ਸਰਬ ਭਾਂਤ ਸਮਰੱਥ ਹੋ, ਜੋ ਚਾਹੋ ਸੋ ਕਰ ਸਕਦੇ ਹੋ। ਜਿਸ ਕੇ ਸੀਸ ਧਰ ਹੋ ਨਿਜ ਹੱਥ। ਜਿਹਦੇ ਸਿਰ ਤੇ ਹੱਥ ਰੱਖਦੇ ਹੋ ਸਤਿਗੁਰੂ ਜੀ, ਉਹੀ ਕਰਕੇ ਆ ਜਾਏਗਾ। ਜਿਹਨੂੰ ਵੀ ਤੁਸੀਂ ਬਲ ਬਖਸ਼ੋਗੇ, ਸਰਬ ਕਲਾ ਸਮਰੱਥ ਸਤਿਗੁਰੂ ਜੀ, ਤੁਸੀਂ ਦੇ ਕੀੜੀ ਤੋਂ ਹਾਥੀ ਮਰਵਾ ਸਕਦੇ ਹੋ, ਮੱਛਰ ਤੋਂ ਗਰੜ ਨੂੰ ਹਰਾ ਸਕਦੇ ਹੋ, ਚਿੜੀਆਂ ਤੋਂ ਬਾਜ ਤੁੜਾ ਸਕਦੇ ਹੋ, ਮਿੱਟੀ ਨੂੰ ਸੋਨਾ ਬਣਾ ਸਕਦੇ ਹੋ। ਤੁਹਾਡੇ ਵਿੱਚ ਸਾਰੀਆਂ ਪਾਵਰਾਂ, ਸਾਰੀਆਂ ਸ਼ਕਤੀਆਂ ਹਨ ਸਤਿਗੁਰੂ ਜੀ। ਸੋ ਸਭ ਕਿਛ ਕਰ ਸਕੈ ਜੋ ਚਾਹੈ। ਜੋ ਚਾਹੋ ਸੋ ਕਰ ਸਕਦੇ ਹੋ। ਭੰਨਣ ਘੜਨ ਸਮਰੱਥ ਹੋ ਤੁਸੀਂ ਸਤਿਗੁਰੂ ਜੀ। ਤਿਸ ਕੇ ਆਗੇ ਅਰਿਓ ਨ ਰਹੈ। ਤੁਹਾਡੇ ਅੱਗੇ ਕੋਈ ਅੜ ਨਹੀਂ ਸਕਦਾ। ਕੌਣ ਅਰੇ ਸਤਿਗੁਰ ਕੇ ਆਗੇ? ਮਹਾਰਾਜ, ਤੁਹਾਡੇ ਅੱਗੇ ਨਹੀਂ ਕੋਈ ਅੜ ਸਕਦਾ, ਔਰੰਗਜ਼ੇਬ ਵੀ ਨਹੀਂ ਅੜ ਸਕਦਾ। ਪਰ ਅਸੀਂ ਔਰੰਗਜ਼ੇਬ ਦੀ ਕਚਹਿਰੀ 'ਚ ਜਾ ਕੇ ਕੁਛ ਨਹੀਂ ਕਰ ਸਕਦੇ। ਤਰਾਸ ਦੇਹ ਸੁਰਪਤ ਸੁਰਭਾਨ। ਮਹਾਰਾਜ ਸੱਚੇ ਪਾਤਸ਼ਾਹ, ਜੇ ਤੁਹਾਡਾ ਹੁਕਮ ਹੋਵੇ ਤੇ ਇੰਦਰ ਨੂੰ ਵੀ ਜਾ ਕੇ ਡਰਾ ਸਕਦੇ ਸਿੱਖ। ਉਹ ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਕੁਝ ਹੋ ਸਕਦਾ ਹੈ। ਤਿਸ ਆਗੇ ਇਹ ਬਪਰਾ ਕੌਣ। ਮਹਾਰਾਜ, ਇਹ ਔਰੰਗਜ਼ੇਬ ਕੀ ਚੀਜ਼ ਹੈ? ਤੁਸੀਂ ਤਾਂ ਸਰਬ ਕਲਾ ਸਮਰੱਥ ਹੋ, ਤੁਹਾਡੇ ਤੋਂ ਤਾਂ ਸਭ ਦੇਵੀ ਦੇਵਤੇ ਵੀ ਡਰਦੇ ਹਨ। ਚੰਦ ਸੂਰਜ ਵੀ ਤੁਹਾਡੇ ਭੈ ਵਿੱਚ ਚੱਲਦੇ ਹਨ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਅਨੰਤ। ਇਹ ਵਿਚਾਰਾ ਇਨਸਾਨ ਭਾਵ ਔਰੰਗਜ਼ੇਬ ਚੁਕੱਤਾ ਤੁਹਾਡੇ ਸਾਹਮਣੇ ਕੁਛ ਵੀ ਨਹੀਂ ਹੈ। ਪਹੁੰਚਨ ਤਹਾਂ ਜੋਗਤਾ ਰਾਵਰ। ਆਪ ਜੀ ਨੂੰ ਹੀ ਜਾਣਾ ਚਾਹੀਦਾ ਦਿੱਲੀ ਮਹਾਰਾਜ। ਉਹਦੀ ਕਚਹਿਰੀ 'ਚ ਜਾ ਕੇ ਉਹਦੇ ਮਨ ਦੀ ਤਸੱਲੀ ਕਰਾਣੀ ਚਾਹੀਦੀ ਆਪ ਜੀ ਨੂੰ। ਅਪਰ ਸੰਤਿ ਹੀ ਹੋਤ ਡਰੌਰ। ਬਾਕੀ ਜਿਹੜਾ ਕੋਈ ਸੁਣਦਾ ਉਹ ਡਰ ਜਾਂਦਾ ਮਹਾਰਾਜ। ਉੱਥੇ ਤੁਹਾਡੇ ਤੋਂ ਬਿਨਾਂ ਸਾਰਿਆਂ ਦਾ ਹੌਸਲਾ ਕਿਸੇ ਦਾ ਵੀ ਨਹੀਂ ਪੈਂਦਾ। ਤੁਸੀਂ ਜਾ ਸਕਦੇ ਹੋ, ਬਾਕੀ ਕਿਸੇ ਦੀ ਮਹਾਰਾਜ ਜ਼ਰੂਰਤ ਨਹੀਂ ਪੈਂਦੀ। ਸਰਬ ਸਭਾ ਕੇ ਸੁਨ ਕਰ ਬੈਨ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਦਰਬਾਰ ਵਿੱਚ ਬੈਠੇ ਹੋਏ ਮਸੰਦਾਂ ਦੀ, ਬੇਦੀਆਂ ਸੋਢੀਆਂ, ਭੱਲੇ ਸਾਹਿਬਜ਼ਾਦਿਆਂ ਦੀ ਅਤੇ ਬਾਕੀ ਜ਼ਿੰਮੇਵਾਰ ਸਿੱਖਾਂ ਦੀ ਗੱਲ ਸੁਣ ਕੇ ਸ਼੍ਰੀ ਹਰਿ ਰਾਏ ਜਿਨ ਹੋ ਕਿਤ ਭੈ ਨਾ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਜੋ ਨਿਰਭਉ ਹਨ, ਕਰਤਾ ਪੁਰਖ ਨਿਰਭਉ ਨਿਰਵੈਰ, ਜਿਹੜਾ ਪਰਮੇਸ਼ਰ ਕਿਸੇ ਦਾ ਭੈ ਨਹੀਂ ਮੰਨਦਾ, ਉਹ ਮੇਰੇ ਸਤਿਗੁਰੂ ਨਿਰਭਉ ਸਤਿਗੁਰੂ ਜੀ ਬੋਲੇ। ਸ਼੍ਰੀ ਮੁਖ ਬਾਕ ਸਤੀਰ ਬਖਾਨਾ। ਬੜੇ ਧੀਰਜ ਨਾਲ ਆਪਣੇ ਮੁਖਾਰ ਬਿੰਦ ਤੋਂ ਇਸ ਤਰ੍ਹਾਂ ਸਤਿਗੁਰੂ ਜੀ ਬੋਲੇ ਹਨ ਸਤਵੇਂ ਪਾਤਸ਼ਾਹ ਮਹਾਰਾਜ। ਹਮਨੇ ਪ੍ਰਣ ਪੂਰਬ ਹੀ ਠਾਨੇ। ਮਹਾਰਾਜ ਕਹਿੰਦੇ, ਗੁਰਸਿੱਖੋ, ਅਸੀਂ ਪਹਿਲਾਂ ਇੱਕ ਪਰਨ ਕਰ ਚੁੱਕੇ ਹਾਂ। ਪਹਿਲਾਂ ਹੀ ਕਾਫੀ ਚਿਰ ਹੋ ਗਿਆ ਹੈ, ਅਸੀਂ ਇਹ ਮਨ ਵਿੱਚ ਸੋਚਿਆ ਹੋਇਆ, ਪਰਨ ਕੀਤਾ ਹੋਇਆ ਹੈ। ਨਹਿ ਮਲੇਸ਼ ਕਹ ਦਰਸ਼ਨ ਦੇਣਾ। ਅਸੀਂ ਇਸ ਪਾਪੀ ਨੂੰ, ਔਰੰਗੇ ਨੂੰ ਦਰਸ਼ਨ ਨਹੀਂ ਦੇਣਾ। ਇਹਦਾ ਦਰਸ਼ਨ ਕਰਨਾ ਨਹੀਂ ਤੇ ਆਪਣਾ ਇਹਨੂੰ ਦਰਸ਼ਨ ਦੇਣਾ ਨਹੀਂ। ਨਹਿ ਕਬ ਤੁਰਕ ਪਤੀ ਕੋ ਲੈਣਾ। ਨਾ ਇਹਦਾ ਦਰਸ਼ਨ ਲੈਣਾ। ਤੁਰਕਾਂ ਦੇ ਪਤੀ ਮੁਗਲ ਬਾਦਸ਼ਾਹ ਔਰੰਗੇ ਦਾ ਦਰਸ਼ਨ ਕਰਨਾ ਨਹੀਂ ਤੇ ਇਹਨੂੰ ਆਪਣਾ ਦਰਸ਼ਨ ਦੇਣਾ ਨਹੀਂ ਅਸੀਂ। ਜਾਂ ਤੇ ਹਮਰੋ ਹੋਏ ਨ ਜਾਣੋ। ਇਸ ਕਰਕੇ ਸਾਡਾ ਉੱਥੇ ਜਾਣਾ ਨਹੀਂ ਬਣਦਾ। ਅਸੀਂ ਦਿੱਲੀ ਨਹੀਂ ਜਾ ਸਕਦੇ ਕਿਉਂਕਿ ਅਸੀਂ ਤੇ ਮੱਥੇ ਹੀ ਨਹੀਂ ਲੱਗਣਾ ਚਾਹੁੰਦੇ। ਹਮ ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਅਸੀਂ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ। ਅਸੀਂ ਇਸ ਮਲੇਸ਼ ਦੇ ਦਰਸ਼ਨ ਕਰਨੇ ਵੀ ਨਹੀਂ ਹਨ। ਮਿਲਹਿ ਨ ਬੋਲਹਿ ਨਿਸ਼ਚੈ ਜਾਣੋ। ਇਹ ਸੱਚੇ ਪਾਤਸ਼ਾਹ, ਨਾ ਅਸੀਂ ਇਸ ਨੂੰ ਮਿਲਾਂਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਸਿੱਖੋ, ਨਾ ਅਸੀਂ ਇਸ ਨੂੰ ਮਿਲਾਂਗੇ, ਨਾ ਇਹਦੇ ਨਾਲ ਬੋਲਾਂਗੇ। ਕਿਉਂਕਿ ਇਹ ਮਹਾ ਪਾਪੀ ਹੈ। ਪਾਪੀ ਬੰਦੇ ਦੇ ਦਰਸ਼ਨ ਕਰਕੇ ਵੀ ਪਾਪ ਲੱਗਦਾ ਹੈ। ਸਾਧ ਸੰਗਤ ਜੀ, ਜਿਹੋ ਜਿਹੇ ਬੰਦੇ ਦੇ ਆਪਾਂ ਦਰਸ਼ਨ ਕਰੀਏ ਨਾ, ਜਿਹੋ ਜਿਹੀ ਉਸ ਬੰਦੇ ਦੀ ਸੁਰਤ ਹੁੰਦੀ, ਉਹੋ ਜਿਹੀ ਸਾਡੀ ਸੁਰਤ ਬਣ ਜਾਂਦੀ ਹੈ।
ਵਿਕਾਰੀ ਬੰਦਿਆਂ ਦੇ ਦਰਸ਼ਨ ਕਰਕੇ ਮਨ ਵਿਕਾਰੀ ਹੁੰਦਾ ਹੈ। ਧਾਰਮਿਕ ਬੰਦਿਆਂ ਦੇ, ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਮਨ ਸ਼ਾਂਤ ਹੁੰਦਾ ਹੈ। ਜਿਹੜਾ ਹੈ ਹੀ ਪਾਪੀ ਹੈ, ਜ਼ਾਲਮ ਹੈ, ਦੁਸ਼ਟ ਹੈ, ਗੁਰੂ ਸਾਹਿਬ ਕਹਿੰਦੇ ਇਹਦੇ ਦਰਸ਼ਨ ਨਹੀਂ ਕਰਨੇ, ਇਹਦੇ ਮੱਥੇ ਨਹੀਂ ਲੱਗਣਾ, ਇਹਨੂੰ ਆਪਣੇ ਦਰਸ਼ਨ ਦੇਣੇ ਵੀ ਨਹੀਂ ਹਨ। ਇਸੀ ਧਰਮ ਕੋ ਕਰੈ ਨਿਵਾਹਨ, ਅਸੀਂ ਇਹ ਧਰਮ ਨਿਭਾਵਾਂਗੇ ਆਪਣਾ, ਔਰੰਗੇ ਨੂੰ ਅਸੀਂ ਦਰਸ਼ਨ ਨਹੀਂ ਦੇਵਾਂਗੇ। ਹਮ ਤਿਸ ਕੇ ਅਨੁਸਾਰੀ ਨਾ ਹਨ, ਨਾਲੇ ਅਸੀਂ ਕਿਹੜਾ ਉਹਦੇ ਗੁਲਾਮ ਆ, ਅਸੀਂ ਉਹਦੇ ਅਨੁਸਾਰੀ ਹਾਂ, ਜਿਹੜੇ ਉਹਨੂੰ ਜਾ ਕੇ ਦਰਸ਼ਨ ਦਈਏ, ਉਹਦੇ ਸੱਦੇ ਤੇ ਜਾਈਏ। ਸਾਨੂੰ ਉਹਦੇ ਨਾਲ ਕੀ ਸਰੋਕਾਰ ਹੈ? ਅਸੀਂ ਲੈਣਾ ਨਹੀਂ, ਕੁਝ ਦੇਣਾ ਨਹੀਂ। ਬਾਦਸ਼ਾਹ ਹੋਵੇਗਾ, ਆਪਣੇ ਘਰ ਹੋਵੇਗਾ, ਜਿਹੜੀ ਉਹਦੀ ਡਿਊਟੀ ਹੈ ਕਰੀ ਜਾਵੇ। ਬਾਦਸ਼ਾਹ ਹੈ ਨਾ, ਉਹਦਾ ਮਤਲਬ ਹੈ ਹਿੰਦੁਸਤਾਨ ਦੇ ਲੋਕਾਂ ਦੀ, ਪਬਲਿਕ ਦੀ ਰਾਖੀ ਕਰੇ, ਲੋਕਾਂ ਦੇ ਧਰਮ ਦੀ ਰਾਖੀ ਕਰੇ, ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰੇ, ਲੋਕਾਂ ਦੀ ਇੱਜ਼ਤ ਦੀ ਰਾਖੀ ਕਰੇ, ਲੋਕਾਂ ਦੀ ਧੀ ਭੈਣ ਦੀ ਰਾਖੀ ਕਰੇ। ਉਹ ਕੰਮ ਤੇ ਉਹ ਕਰਦਾ ਨਹੀਂ, ਬਲਕਿ ਲੋਕਾਂ ਦਾ ਧਰਮ ਤੋੜਨ ਤੇ ਲੱਗਾ ਹੋਇਆ ਹੈ, ਲੋਕਾਂ ਨੂੰ ਜਾਨ ਮਾਲ ਤੋਂ ਨੁਕਸਾਨ ਪਹੁੰਚਾਉਂਦਾ ਹੈ। ਇਹੋ ਜਿਹਾ ਜਿਹੜਾ ਉਹ ਪਾਪੀ ਬੰਦਾ ਦੁਸ਼ਟ ਹੈ, ਔਰੰਗਾ, ਉਸ ਨੂੰ ਤਾਂ ਹੁਣ ਅਸੀਂ ਦਰਸ਼ਨ ਦਈਏ ਜਾ ਕੇ, ਕਿਉਂ? ਅਸੀਂ ਉਹਦੇ ਕੋਈ ਗੁਲਾਮ ਹਾਂ, ਅਸੀਂ ਉਹਦੇ ਕੋਈ ਖਰੀਦੇ ਹੋਏ ਹਾਂ, ਅਸੀਂ ਉਹਨੂੰ ਦਰਸ਼ਨ ਨਹੀਂ ਦੇਣੇ, ਨਾ ਅਸੀਂ ਉਹਦੇ ਦਰਸ਼ਨ ਕਰਨੇ ਹਨ। ਇੱਕ ਤੋਂ ਜਨਮ ਤੁਰਕ ਘਰ ਪਾਇਓ, ਇੱਕ ਤਾਂ ਉਹਦਾ ਜਨਮ ਹੀ ਤੁਰਕਾਂ ਦੇ ਘਰ ਵਿੱਚ ਹੋਇਆ, ਜਿੱਥੇ ਕੋਈ ਅਧਿਆਤਮਿਕਤਾ ਦੀ, ਭਗਤੀ ਦੀ, ਸਿਮਰਨ ਦੀ ਗੱਲ ਹੀ ਨਹੀਂ ਹੋ ਸਕਦੀ, ਜਿੱਥੇ ਕੋਈ ਰੂਹਾਨੀਅਤ ਦੀ ਗੱਲ ਨਹੀਂ ਹੋ ਸਕਦੀ। ਵਾਤਾਵਰਣ ਹੀ ਹੋਰ ਹੈ, ਮਾਹੌਲ ਹੀ ਹੋਰ ਹੈ। ਉੱਥੇ ਜੇ ਗੱਲ ਸਮਝਾਈਏ ਵੀ ਤੇ ਉਹਨੂੰ ਸਮਝ ਨਹੀਂ ਆਉਂਦੀ। ਇਸ ਕਰਕੇ ਦਤੀਏ ਜਗ ਸੋ ਦਰੋਹ ਮਚਾਇਓ, ਦੂਜਾ ਉਹਨੇ ਕੋਈ ਆਪਣੇ ਧਰਮ ਦਾ ਵੀ ਪੱਕਾ ਨਹੀਂ, ਕਿਉਂਕਿ ਇਸਲਾਮ 'ਚ ਇੰਨੀ ਸਿੱਖਿਆ ਤਾਂ ਦਿੱਤੀ ਹੈ ਨਾ ਬਈ ਕਿਸੇ ਦਾ ਬੁਰਾ ਨਾ ਕਰੋ, ਦਰੋਹ ਨਾ ਕਰੋ ਕਿਸੇ ਨਾਲ। ਜਿਹੜੀ ਇਸਲਾਮ ਦੀ ਇਹ ਸਿੱਖਿਆ, ਉਹਦੇ ਤੇ ਵੀ ਉਹ ਪੂਰਾ ਨਹੀਂ ਉਤਰਦਾ। ਲੋਕਾਂ ਨਾਲ ਧਰੋਹ ਕਰਦਾ ਹੈ, ਲੋਕਾਂ ਨਾਲ ਵੈਰ ਕਰਦਾ ਹੈ, ਸੰਤਾਂ ਮਹਾਂਪੁਰਸ਼ਾਂ ਨੂੰ ਮਾਰਦਾ ਹੈ, ਮੰਦਰਾਂ ਨੂੰ ਢਾਂਦਾ ਹੈ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਉਹਨੇ ਧਰਤੀ ਤੇ ਹਿੰਦੁਸਤਾਨ ਦਾ ਜਦੋਂ ਦਾ ਬਾਦਸ਼ਾਹ ਬਣਿਆ ਹੈ, ਲੋਕਾਂ ਦਾ ਖੂਨ ਪੀਤਾ ਹੋਇਆ, ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ। ਦੁਨੀਆ ਬੜੀ ਤੰਗ ਹੈ ਉਸ ਤੋਂ। ਤ੍ਰਿਤੀਏ ਪਿਤਾ ਭਰਾਤ ਸੰਘਾਰੇ, ਫਿਰ ਇੱਥੇ ਹੀ ਬਸ ਨਹੀਂ, ਤੀਜੇ ਨੰਬਰ ਤੇ ਉਹਨੇ ਆਪਣਾ ਪਰਿਵਾਰ ਵੀ, ਆਪਣੇ ਭੈਣ ਭਰਾ ਵੀ ਨਹੀਂ ਛੱਡੇ। ਆਪਣੇ ਪਿਓ ਨੂੰ ਵੀ ਮਾਰਤਾ ਕੈਦ ਕਰਕੇ, ਆਪਣੇ ਭਾਈਆਂ ਨੂੰ ਵੀ, ਦਾਰਾ ਸ਼ਿਕੋਹ ਨੂੰ ਵੀ ਕਤਲ ਕੀਤਾ, ਸੁਜਾ ਮੁਹੰਮਦ ਨੂੰ ਵੀ ਕਤਲ ਕੀਤਾ, ਮੁਰਾਦ ਬਖਸ਼ ਨੂੰ ਵੀ ਕਤਲ ਕੀਤਾ, ਜਿਹੜਾ ਆਪਣੇ ਭਾਈਆਂ ਦਾ ਵੀ ਕਾਤਲ ਹੈ। ਚਤੁਰਥ ਸੰਤ ਘਰੇ ਦੁਖਿਆਰੇ, ਫਿਰ ਉਹਨੇ ਸੰਤਾਂ ਨੂੰ, ਮਹਾਂਪੁਰਸ਼ਾਂ ਨੂੰ ਬੜੇ ਦੁੱਖ ਦਿੱਤੇ ਹਨ। ਜਿਹੜੇ ਸੰਤ ਮਹਾਂਪੁਰਸ਼, ਸ਼ਰਮਦ ਵਰਗੇ ਫਕੀਰ ਰੱਬ ਨਾਲ ਪਹੁੰਚੇ ਹੋਏ, ਉਹਨਾਂ ਨੂੰ ਵੀ ਤਸੀਹੇ ਦੇ ਦੇ ਕੇ ਕਤਲ ਕਰਵਾਇਆ ਉਸਨੇ। ਪੰਚਮ ਬ੍ਰਹਮ ਗਿਆਨ ਜਿਸ ਹੋਵਾ, ਜਿਹੜਾ ਬ੍ਰਹਮ ਗਿਆਨੀ ਸੀ, ਮਹਾਂਪੁਰਸ਼, ਤਤ ਬੇਤਾ ਸੀ, ਜਿਸ ਦੇ ਅੰਦਰ ਅਕਾਲ ਪੁਰਖ ਦੀ ਜੋਤ ਦਾ ਹਰ ਵੇਲੇ ਪ੍ਰਕਾਸ਼ ਰਹਿੰਦਾ ਸੀ, ਜੋ ਆਪਣੇ ਆਪ ਨੂੰ ਇਸ ਸੰਸਾਰ ਤੋਂ ਪਰੇ ਕਰਕੇ ਬ੍ਰਹਮ ਰੂਪ ਵਿੱਚ ਲੀਨ ਹੋ ਚੁੱਕਾ ਸੀ। ਤਿਸ ਕੋ ਹੱਥ ਪੁੰਨ ਸੁਖ ਸੋ ਸੋਵਾ, ਉਸ ਮਹਾਂਪੁਰਸ਼ ਨੂੰ ਵੀ ਉਸਨੇ ਕਤਲ ਕਰਕੇ ਆਰਾਮ ਨਾਲ ਸੌਂ ਗਿਆ। ਇਹਨੂੰ ਮਨ ਵਿੱਚ ਕੋਈ ਦਰੇਗ ਹੀ ਨਹੀਂ ਆਇਆ ਵੀ ਮੈਂ ਕੀ ਕਰਨ ਲੱਗਾ। ਫਕੀਰਾਂ ਨਾਲ, ਸੰਤਾਂ ਨਾਲ ਕਾਹਦਾ ਵੈਰ ਹੋਇਆ? ਬਾਦਸ਼ਾਹੀ ਆਪਣੇ ਘਰ ਹੈ, ਕਰੀ ਜਾ ਤੂੰ। ਸੰਤਾਂ ਫਕੀਰਾਂ ਤੋਂ ਕੀ ਲੈਣਾ? ਉਹ ਤਾਂ ਰੱਬ ਦੇ ਬੰਦੇ, ਅੱਲਾ ਜਾਤ ਹੁੰਦੇ ਨੇ, ਖੁਦਾ ਦੀ ਜਾਤ ਹੁੰਦੇ ਨੇ। ਉਹਨਾਂ ਨਾਲ ਵੈਰ ਕਰਨਾ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਆਗੇ ਪਾਛੇ ਸੁੱਖ ਨਹੀਂ, ਮਰ ਜੰਮੇ ਵਾਰੋ ਵਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਨੇ ਐਡੇ ਵੱਡੇ ਬ੍ਰਹਮ ਗਿਆਨੀ ਸ਼ਰਮਦ ਨੂੰ ਕਤਲ ਕਰ ਦਿੱਤਾ ਹੈ। ਸਰਮਦ ਨਾਮਕ ਹੈ ਜਿਸ ਕੇਰਾ, ਜਿਸ ਮਹਾਂਪੁਰਸ਼ ਦਾ ਨਾਮ ਸ਼ਰਮਦ ਸੀ, ਪੂਰਨ ਬ੍ਰਹਮ ਗਿਆਨੀ, ਤਤ ਬੇਤਾ ਸੀ, ਆਤਮ ਗਿਆਨੀ ਸੀ, ਸਮਦਰਸੀ ਸੀ, ਉਸ ਮਹਾਂਪੁਰਸ਼ ਨੂੰ ਇਸ ਔਰੰਗੇ ਨੇ ਕਤਲ ਕੀਤਾ ਹੈ। ਸਰਬ ਸ਼ਕਤ ਮੈਂ ਪ੍ਰਭੂ ਬਡੇਰਾ, ਜਿਹੜਾ ਪੂਰੀਆਂ ਸ਼ਕਤੀਆਂ ਦਾ ਮਾਲਕ ਸੀ, ਜੋ ਚਾਹੁੰਦਾ ਉਹ ਸ਼ਰਮਦ ਕਰ ਸਕਦਾ ਸੀ, ਪਰ ਉਹਨੇ ਆਪਣੀ ਕਰਾਮਾਤ ਨੂੰ, ਆਪਣੀ ਸ਼ਕਤੀ ਨੂੰ ਜ਼ਾਹਰ ਨਹੀਂ ਹੋਣ ਦਿੱਤਾ। ਉਹਨੇ ਪਰਮੇਸ਼ਰ ਦਾ ਭਾਣਾ ਮੰਨ ਕੇ ਆਪਣੇ ਸਰੀਰ ਦਾ ਠੀਕਰਾ ਭੰਨ ਦਿੱਤਾ ਇਹਦੇ ਸਿਰ ਵਿੱਚ। ਪਰ ਇਸ ਪਾਪੀ ਨੂੰ ਸ਼ਰਮ ਨਹੀਂ ਆਈ ਵੀ ਮੈਂ ਕੀ ਕਰਨ ਲੱਗਾ। ਇੱਕ ਫਕੀਰ ਨੂੰ ਮਾਰਨਾ ਕਿੱਡੀ ਕੁ ਬਹਾਦਰੀ ਹੈ, ਕਿੱਡਾ ਕੁ ਵੱਡਾ ਇਹ ਕੰਮ ਸੀ। ਉਹ ਸੰਤ ਮਹਾਂਪੁਰਸ਼ ਨਾਮ ਜਪਦਾ ਸੀ, ਆਪਣੀ ਮਸਤੀ 'ਚ ਰਹਿੰਦਾ ਸੀ, ਨਾ ਕਿਸੇ ਤੋਂ ਕੋਈ ਲੈਂਦਾ ਸੀ, ਨਾ ਕੋਈ ਦਿੰਦਾ ਸੀ।
ਨਾ ਉਹ ਤਨ ਤੇ ਕੱਪੜਾ ਪਹਿਨਦਾ ਸੀ, ਨਾ ਉਹ ਕਿਸੇ ਤੋਂ ਕੁਝ ਲੈਂਦਾ ਸੀ, ਉਹ ਤਾਂ ਰੱਬ ਦੇ ਰੰਗ 'ਚ ਰਹਿੰਦਾ ਸੀ। ਉਹਨੂੰ ਫੜ ਕੇ ਜਾਮਾ ਮਸਜਿਦ ਦੇ ਸਾਹਮਣੇ ਕਤਲ ਕਰਵਾ ਦਿੱਤਾ ਇਸ ਪਾਪੀ ਨੇ। ਇਤਿਆਤਕ ਗਨ ਪਾਪਨ ਪੁਸ਼ਟ। ਇਸ ਤਰ੍ਹਾਂ ਦੇ ਪਾਪ ਕੀਤੇ ਆ। ਪਿਓ ਤੇ ਭਰਾ ਵੀ ਮਾਰੇ ਨੇ, ਮਹਾਂਪੁਰਸ਼ ਸੰਤ ਵੀ ਮਾਰੇ ਨੇ, ਤੇ ਮਥੁਰਾ ਵਰਗੇ, ਪੁਸ਼ਕਰ ਵਰਗੇ, ਕਾਸ਼ੀ ਵਰਗੇ ਤੀਰਥਾਂ ਤੇ ਜਾ ਕੇ ਬੇਅਦਬੀ ਕੀਤੀ, ਮੰਦਰ ਢਾਏ ਨੇ, ਸੰਤਾਂ ਮਹਾਂਪੁਰਸ਼ਾਂ ਗਰੀਬਾਂ ਨੂੰ ਮਾਰਿਆ ਹੈ। ਇਹਦੇ ਹੱਥ ਸੰਤਾਂ ਫਕੀਰਾਂ ਦੇ ਲਹੂ 'ਚ ਲਿਬੜੇ ਹੋਏ ਨੇ। ਇਸ ਪਾਪੀ ਦੇ ਅਸੀਂ ਨਾ ਦਰਸ਼ਨ ਕਰਨੇ, ਨਾ ਅਸੀਂ ਇਹਨੂੰ ਦਰਸ਼ਨ ਦੇਣੇ ਹਨ। ਕੌਣ ਸੰਤ ਮਿਲ ਹੈ ਇਸ ਦੁਸ਼ਟ। ਮਹਾਰਾਜ ਕਹਿੰਦੇ ਕਿਹੜਾ ਇਸ ਪਾਪੀ ਨੂੰ ਮਿਲੇ ਜਾ ਕੇ? ਕੋਈ ਸੰਤ ਮਹਾਤਮਾ ਬੰਦਗੀ ਵਾਲਾ ਇਹਦੇ ਦਰਸ਼ਨ ਕਰੇ। ਕਿਉਂ ਕਰੇ? ਕਿਉਂਕਿ ਅਸੀਂ ਕੁਝ ਲੈਣਾ ਨਹੀਂ, ਕੁਝ ਦੇਣਾ ਨਹੀਂ ਇਸ ਤੋਂ। ਹਾਂਜੀ, ਕਿਸ ਤੇ ਬਖਸ਼ਣ ਜੋਗ ਨਾ ਇਹੀ। ਔਰ ਇਹ ਬਖਸ਼ਿਆ ਜਾਣ ਵਾਲਾ ਨਹੀਂ ਹੈ, ਕਿਉਂਕਿ ਇਹਨੂੰ ਸੰਤਾਂ ਦਾ ਸਰਾਪ ਲੱਗਾ। ਸੰਤ ਕਾ ਦੋਖੀ ਮਹਾ ਹਤਿਆਰਾ, ਸੰਤ ਕਾ ਦੋਖੀ ਪਰਮੇਸ਼ਰ ਮਾਰਾ। ਜਿਹੜਾ ਸੰਤਾਂ ਦਾ ਦੋਖੀ ਹੈ ਉਹਦਾ ਪਰਮੇਸ਼ਰ ਨੇ ਦਰਗਾਹ ਤੋਂ ਹੀ ਧੱਕਾ ਮਾਰ ਦਿੱਤਾ। ਉਹ ਤੇ ਉੱਥੇ ਵੀ ਨਹੀਂ ਬਖਸ਼ਿਆ ਜਾਣਾ, ਹੋਰ ਉਹਨੂੰ ਕੋਈ ਬਖਸ਼ ਨਹੀਂ ਸਕਦਾ। ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਸੰਤਾਂ ਦੇ ਚਰਨਾਂ 'ਚ ਪਿਆ ਕੇ ਮੱਥਾ ਟੇਕ ਕੇ ਮਾਫੀ ਮੰਗ ਲੈ ਤੇ ਭਾਵੇਂ ਬਖਸ਼ਿਆ ਜਾਵੇ, ਹੋਰ ਕੋਈ ਰਸਤਾ ਨਹੀਂ, ਕੋਈ ਰਾਹ ਹੀ ਨਹੀਂ। ਇਹ ਸੰਤਾਂ ਮਹਾਂਪੁਰਸ਼ਾਂ ਦੇ ਅੱਗੇ ਝੁਕਦਾ ਨਹੀਂ, ਉਹਨਾਂ ਨੂੰ ਆਪਣੇ ਅੱਗੇ ਝੁਕਾਉਣਾ ਚਾਹੁੰਦਾ, ਹੰਕਾਰੀ ਹੈ। ਇਸ ਕਰਕੇ ਇਹਨੂੰ ਅੱਗੇ ਦਰਗਾਹ ਵਿੱਚੋਂ ਵੀ ਜੁੱਤੀਆਂ ਪੈਣੀਆਂ। ਇੱਥੇ ਵੀ ਦੁਨੀਆ ਤੋਏ ਤੋਏ ਕਰਦੀ ਹੈ। ਇਸ ਔਰੰਗੇ ਦੀ ਹਰ ਜਗ੍ਹਾ ਦੁਰਦਸ਼ਾ ਹੋਣੀ ਹੈ। ਜੇ ਦੇਖੋ ਤੁਸੀਂ ਅੱਗੇ ਚੱਲ ਕੇ ਤਾਂ ਕੀ ਕੀ ਭਾਣੇ ਵਰਤਣੇ ਹਨ। ਅਦਮ ਅਗੀ ਅਤ ਦੁਰਮਤ ਤੇਹੀ। ਇਹ ਬੜਾ ਨੀਚ ਬੰਦਾ ਹੈ, ਅਗੀ ਪਾਪੀ ਬੰਦਾ ਹੈ, ਮੋਟੀ ਮੱਤ ਵਾਲਾ, ਖੋਟੀ ਮੱਤ ਵਾਲਾ ਹੈ। ਪੱਖਬਾਦ ਮੈਂ ਹਠੀ ਕੁਪੱਤਾ। ਔਰ ਪੱਖਬਾਦ ਵਿੱਚ ਹਠੀ ਹੈ, ਬਹੁਤ ਜਿੱਦੀ ਹੈ ਵੀ ਮੈਂ ਠੀਕ ਹਾਂ, ਬਾਕੀ ਸਭ ਗਲਤ ਨੇ। ਮੈਂ ਆਪਣੇ ਧਰਮ 'ਚ ਪੱਕਾ, ਮੇਰਾ ਧਰਮ ਠੀਕ ਹੈ, ਦੂਜਿਆਂ ਦਾ ਧਰਮ ਗਲਤ ਹੈ। ਇਹ ਜਿਹੜਾ ਇੰਨਾ ਕੱਟੜ ਹੰਕਾਰੀ ਹੈ ਔਰੰਗਜ਼ੇਬ, ਕੁਲ ਦੁਖਕ ਉਪਜੋ ਚਵਗਤਾ। ਇਹ ਚੁਗੱਤਿਆਂ ਦੀ ਕੁਲ ਦਾ ਨਾਸ ਕਰੇਗਾ। ਇਹ ਹਿੰਦੁਸਤਾਨ 'ਚੋਂ ਮੁਗਲਾਂ ਦੀ ਖਾਨਦਾਨੀ ਦਾ ਬੇੜਾ ਗਰਕ ਕਰੇਗਾ। ਸਾਧ ਸੰਗਤ ਜੀ, ਅੱਜ ਵੀ ਕਈ ਮੁਗਲ ਮਿਲਦੇ ਆ ਨਾ, ਤੇ ਜਦੋਂ ਉਹਨਾਂ ਨਾਲ ਗੱਲ ਕਰੀਦੀ ਆ, ਉਹ ਵਿਚਾਰੇ ਸ਼ਰਮ ਮਹਿਸੂਸ ਕਰਦੇ ਆ। ਉਹ ਕਹਿੰਦੇ ਆ ਵੀ ਸਾਡੇ ਚੰਗੇ ਬਾਦਸ਼ਾਹ ਵੀ ਹੋਏ ਨੇ, ਪਰ ਔਰੰਗਜ਼ੇਬ ਨੇ ਸਾਡਾ ਨਾਮ ਬੜਾ ਬਦਨਾਮ ਕੀਤਾ ਗਿਆ। ਜਿਹੜੇ ਕੰਮ ਔਰੰਗਜ਼ੇਬ ਨੇ ਕੀਤੇ ਨੇ, ਉਹਨੇ ਸਾਡੀ ਨੱਕ ਵੜ ਦਿੱਤੀ। ਕਿਸੇ ਨੂੰ ਮੂੰਹ ਦਿਖਾਉਣ ਜੋਗੇ ਹੀ ਨਹੀਂ, ਕਿਸੇ ਨੂੰ ਕਹਿਣ ਜੋਗੇ ਨਹੀਂ ਵੀ ਅਸੀਂ ਔਰੰਗਜ਼ੇਬ ਦੀ ਔਲਾਦ ਹਾਂ। ਕਿਉਂ? ਕੰਮ ਮਾੜੇ ਕੀਤੇ ਔਰੰਗੇ ਨੇ। ਹਾਂਜੀ, ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਕਹਿੰਦੇ ਇੱਧਰੋਂ ਉਹਦੇ ਕੋਲ ਕੋਈ ਗਿਆ ਨਹੀਂ ਅੱਗੇ, ਅਸੀਂ ਵੀ ਨਹੀਂ ਜਾਣਾ। ਜੇ ਆਪਾਂ ਨਾ ਜਾਵਾਂਗੇ ਕੀ ਕਰ ਲੇਗਾ? ਕ੍ਰੋਧ ਹੀ ਕਰੇਗਾ, ਗੁੱਸਾ ਕਰੇਗਾ, ਤੇ ਗੁੱਸੇ ਵਿੱਚ ਆ ਕੇ ਫੌਜਾਂ ਭੇਜੇਗਾ, ਜੰਗ ਲੜੇਗਾ ਨਾ ਸਾਡੇ ਨਾਲ। ਉਹਦਾ ਪਿਓ ਵੀ ਤਾਂ ਲੜਦਾ ਸੀ, ਸ਼ਾਹਜਹਾਨ, ਉਹਦੇ ਨਾਲ ਵੀ ਸਾਡੇ ਦਾਦਾ ਜੀ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਲੜਦੇ ਰਹੇ ਆ। ਤੇ ਜੇ ਹੁਣ ਜਵਾਬ ਕੀ ਆ? ਉਹਦਾ ਨਿਦਾਨ ਬਣੇ। ਜੇ ਕੋਈ ਰਾਹ ਨਹੀਂ ਹੈ, ਅਖੀਰ ਲੜਾਈ ਹੋਣੀ ਹੈ, ਤੇ ਫਿਰ ਅਸੀਂ ਫੌਜਾਂ ਕਾਹਦੇ ਵਾਸਤੇ ਰੱਖੀਆਂ? ਲੜ ਲਵਾਂਗੇ। ਹਾਂਜੀ, ਲੜਨ ਹੇਤ ਨਿਜ ਸੈਨ ਪਠਾਵੇ। ਹਾਂ, ਹੋ ਸਕਦਾ ਔਰੰਗਜ਼ੇਬ ਲੜਾਈ ਵਾਸਤੇ ਆਪਣੀ ਫੌਜ ਭੇਜ ਦੇਵੇ, ਬਲ ਦਿਖਾਏ ਆਪਨ ਕਰਬਾਵੇ, ਤੇ ਆਪਣੀ ਜ਼ੋਰ ਜਮਾਈ ਕਰੇ ਕੀਰਤਪੁਰ ਸਾਹਿਬ ਆ ਕੇ, ਇੱਥੇ ਗੁਰੂ ਘਰ ਨੂੰ ਆ ਕੇ ਘੇਰਾ ਪਾ ਲਵੇ, ਜੰਗ ਹੋਵੇ, ਲੜਾਈ ਹੋਵੇ। ਹੋ ਸਕਦਾ, ਕਿਉਂਕਿ ਔਰੰਗਜ਼ੇਬ ਜਿੱਦੀ ਹੈ। ਉਹਨੇ ਸੋਚਣਾ ਵੀ ਮੇਰਾ ਕਹਿਣਾ ਨਹੀਂ ਮੰਨਦੇ, ਮੇਰੇ ਸੱਦੇ ਤੇ ਆਉਂਦੇ ਨਹੀਂ, ਤੇ ਜੇ ਨਹੀਂ ਆਉਂਦੇ ਤੇ ਫੌਜਾਂ ਭੇਜੇਗਾ, ਹਥਿਆਰ ਬੰਦ, ਸ਼ਸਤਰ ਬੰਦ ਫੌਜਾਂ ਭੇਜੇਗਾ, ਤੇ ਕੀਰਤਪੁਰ ਸਾਹਿਬ ਲੜਾਈ ਹੋਵੇਗੀ ਨਾ, ਹੋਰ ਕੀ ਹੋਏਗਾ। ਹਾਂਜੀ, ਕਰਾ ਜੰਗ ਤੇ ਸੰਗ ਨਿਸੰਗਾ। ਮਹਾਰਾਜ ਕਹਿੰਦੇ ਅਸੀਂ ਜੰਗ ਕਰਾਂਗੇ, ਆਉਣ ਦਿਓ। ਫਿਰ ਜੇ ਉਹ ਟਲਦਾ ਹੀ ਨਹੀਂ, ਅਸੀਂ ਤਾਂ ਉਹਦਾ ਕੁਝ ਵਿਗਾੜਿਆ ਨਹੀਂ, ਅਸੀਂ ਨਹੀਂ ਕੁਝ ਵਿਗਾੜਿਆ। ਗੁਰੂ ਘਰ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ, ਪਰ ਜੇ ਕੋਈ ਚੜ੍ਹ ਕੇ ਆ ਜਾਏ ਫਿਰ ਕੀ ਕਰੀਏ? ਗੁਰੂ ਪਾਤਸ਼ਾਹਾਂ ਨੇ ਕਦੀ ਕਿਸੇ ਤੇ ਹਮਲਾ ਨਹੀਂ ਕੀਤਾ। ਆਖੋ ਸਤਿਨਾਮ ਸ੍ਰੀ। 4 ਜੰਗਾਂ 6ਵੇਂ ਪਾਤਸ਼ਾਹ ਨੇ ਲੜੀਆਂ, 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ। ਕਿਤੇ ਵੀ ਕਿਸੇ ਤੇ ਹਮਲਾ ਕਰਕੇ ਥੋੜ੍ਹਾ ਗਏ ਨੇ। ਕੋਈ ਚੜ੍ਹ ਕੇ ਆ ਗਿਆ, ਉਹਦਾ ਘਰ ਦੇ ਵਿੱਚ ਲੁੱਟਣ ਮਾਰਨ ਆ ਹੀ ਗਿਆ ਕੋਈ,
ਇਹ ਗੱਲ ਤੇ ਸਾਧ ਸੰਗਤ ਜੀ ਅਮਰੀਕਾ ਦਾ ਕਾਨੂੰਨ ਵੀ ਬਣਦਾ ਵੀ ਤੁਹਾਡੇ ਘਰ ਕੋਈ ਤੁਹਾਨੂੰ ਮਾਰਨ ਆ ਗਿਆ, ਪਹਿਲ ਕਰਦਾ, ਤੇ ਤੁਸੀਂ ਆਪਣੀ ਸੇਫਟੀ ਲਈ ਗੋਲੀ ਚਲਾ ਸਕਦੇ ਹੋ, ਹਥਿਆਰ ਚਲਾ ਸਕਦੇ ਹੋ, ਵੀ ਤੁਹਾਡੀ ਜਾਨ ਨੂੰ ਖਤਰਾ। ਤੇ ਜੇ ਆਪਾਂ ਕਿਸੇ ਨੂੰ ਬਿਨਾਂ ਮਤਲਬ ਕਿਸੇ ਦੇ ਘਰ ਜਾ ਕੇ ਮਾਰੀਏ ਫਿਰ ਅਸੀਂ ਦੋਸ਼ੀ ਹਾਂ। ਮਹਾਰਾਜ ਕਹਿੰਦੇ ਅਸੀਂ ਤਾਂ ਨਹੀਂ ਕਿਸੇ ਤੇ ਹਮਲਾ ਕਰਦੇ, ਪਰ ਜੇ ਉਹ ਸਾਡੇ ਤੇ ਹਮਲਾ ਕਰੇਗਾ ਤੋਮਰ ਤੀਰਨ ਤਬਰਤ ਪੰਗਾ, ਫਿਰ ਬਰਛੇ ਬੰਦੂਕਾਂ ਕਾਹਦੇ ਵਾਸਤੇ ਰੱਖੇ ਅਸੀਂ, ਤੀਰ ਕਮਾਨ ਕਾਹਦੇ ਵਾਸਤੇ, ਹਥਿਆਰ ਕਾਹਦੇ ਵਾਸਤੇ, ਸ਼ਸਤਰ ਫਿਰ ਦੁਸ਼ਮਣ ਦਾ ਮੂੰਹ ਤੋੜਨ ਵਾਸਤੇ ਹੈ। ਉੱਦਾਂ ਅਸੀਂ ਕਿਸੇ ਨੂੰ ਮਾਰਨ ਵਾਸਤੇ ਨਹੀਂ ਰੱਖੇ, ਪਰ ਜੇ ਕੋਈ ਦੁਸ਼ਮਣ ਚੜ੍ਹ ਕੇ ਆਵੇ, ਹਮਲਾ ਕਰੇ ਗੁਰੂ ਘਰ ਦੇ ਉੱਤੇ, ਗੁਰੂ ਘਰ ਦੀ ਮਾਣ ਵਡਿਆਈ ਨੂੰ, ਗੁਰੂ ਘਰ ਦੀ ਇੱਜ਼ਤ ਨੂੰ, ਗੁਰੂ ਘਰ ਦੀ ਅਸਮਤ ਨੂੰ ਹੱਥ ਪਾਵੇ, ਫਿਰ ਉਹਦੇ ਦੰਦ ਖੱਟੇ ਕਰਾਂਗੇ। ਤੋਰ ਮੋਰ ਮੁਖ ਲਸ਼ਕਰ ਕੇਰਾ, ਮਹਾਰਾਜ ਕਹਿੰਦੇ ਔਰੰਗੇ ਦੀਆਂ ਫੌਜਾਂ ਦਾ ਬੂਥਾ ਭੰਨ ਦਿਆਂਗੇ। ਤੋੜ ਮੋੜ ਮੁਖ ਲਸ਼ਕਰ ਕੇਰਾ, ਕਹਿੰਦੇ ਇਹਨਾਂ ਦਾ ਮੂੰਹ ਦਾ ਇਹੋ ਜਿਹੀ ਚਪੇੜ ਮਾਰਾਂਗੇ ਵੀ ਯਾਦ ਰੱਖਣਗੇ। ਇੱਕ ਵਾਰੀ ਨਾਨੀ ਯਾਦ ਕਰਾ ਦਿਆਂਗੇ ਇਹਨਾਂ ਨੂੰ, ਇਹੋ ਜਿਹਾ ਮਾਰਾਂਗੇ ਇਹਨਾਂ ਦੀ ਫੌਜਾਂ ਨੂੰ ਭਾਜਣਾ ਪਾ ਦਿਆਂਗੇ। ਕਿਉਂਕਿ ਅਸੀਂ ਵੀ ਸੂਰਬੀਰ ਸਤਿਗੁਰੂ ਦੇ ਪੋਤਰੇ ਹਾਂ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ। ਜੰਗਲ ਦੇਸ਼ ਕਰ ਹੈ ਚਲ ਡੇਰਾ, ਕੋਈ ਗੱਲ ਨਹੀਂ, ਜੇ ਸਾਨੂੰ ਕੀਰਤਪੁਰ ਸਾਹਿਬ ਛੱਡਣਾ ਪੈ ਗਿਆ ਤੇ ਜਾ ਕੇ ਜੰਗਲ ਦੀ ਧਰਤੀ ਤੇ, ਮਾਲਵੇ ਦੀ ਧਰਤੀ ਤੇ ਡੇਰਾ ਲਾ ਲਾਂਗੇ। ਰਹਿ ਤਹਾਂ ਸਭ ਸੁਖ ਕੋ ਪਾਵੈ, ਉੱਥੇ ਜਾ ਰਵਾਂਗੇ। ਉੱਥੇ ਸਾਡੇ ਹਜ਼ਾਰਾਂ ਲੱਖਾਂ ਸਿੱਖ ਨੇ ਮਾਲਵੇ ਵਿੱਚ, ਬਠਿੰਡੇ ਜ਼ਿਲ੍ਹੇ ਵਿੱਚ। ਉਧਰ ਇਹ ਫੌਜਾਂ ਜਾਂਦੀਆਂ ਨਹੀਂ ਸੀ ਸਾਧ ਸੰਗਤ ਜੀ। ਉਹਦਾ ਕਾਰਨ ਕੀ ਸੀ? ਵੀ ਉਧਰ ਪਾਣੀ ਨਹੀਂ ਸੀ ਮਿਲਦਾ। ਬਰਨਾਲਾ, ਮਾਨਸਾ, ਸੰਗਰੂਰ, ਇਹ ਸਾਰਾ ਮਾਲਵਾ ਦੇਸ਼ ਕਹਿੰਦੇ, ਬਠਿੰਡਾ, ਫਿਰੋਜ਼ਪੁਰ, ਇਹ ਮਾਲਵੇ ਦੇ ਵਿੱਚ ਪਾਣੀ ਬਹੁਤ ਘੱਟ ਸੀਗਾ। 100 150 200 ਫੁੱਟ ਡੂੰਘੇ ਖੂਹ ਸੀਗੇ, ਉਹਦੇ 'ਚੋਂ ਪਾਣੀ ਕੱਢਦੇ ਕੱਢਦੇ ਥੱਕ ਜਾਂਦੇ ਸੀ। ਤੇ ਇਹ ਔਰੰਗਜ਼ੇਬ ਦੀ ਫੌਜ ਉੱਧਰ ਜਾ ਨਹੀਂ ਸਕਦੀ। ਜੇ ਜਾਏਗੀ ਵੀ ਤੇ ਸਾਡੇ ਮਲਵਈ ਸਿੱਖ ਜਿਹੜੇ ਨੇ ਉਹ ਮੁਕਾਬਲੇ ਤੇ ਆ ਜਾਣਗੇ। ਇਸ ਕਰਕੇ ਅਸੀਂ, ਮਹਾਰਾਜ ਸਤਵੇਂ ਪਾਤਸ਼ਾਹ ਕਹਿੰਦੇ ਔਰੰਗਜ਼ੇਬ ਦਾ ਹੁਣ ਮੁਕਾਬਲਾ ਹੀ ਕਰਨਾ ਪੈਣਾ, ਹੋਰ ਕੋਈ ਰਸਤਾ ਨਹੀਂ ਹੈ। ਜਿਸ ਥਲ ਇਨਕੋ ਬਸ ਨ ਬਸਾਵੈ, ਜਿੱਥੇ ਇਹਨਾਂ ਦਾ ਵਸ ਨਹੀਂ ਚੱਲਦਾ ਜੰਗਲ ਦੇਸ਼ 'ਚ, ਉੱਥੇ ਜਾ ਰਵਾਂਗੇ। ਸੁਨਤ ਸਭਾ ਸਦ ਸ਼ੁਭ ਮਤ ਸਾਰੇ, ਜਿੰਨੇ ਮਹਾਰਾਜ ਦੀ ਸਭਾ 'ਚ ਬੈਠੇ ਸੀ, ਬੇਦੀ, ਸੋਢੀ, ਤਰੇਣ, ਪੱਲੇ, ਉਹਨਾਂ ਨੇ ਗੁਰੂ ਸਾਹਿਬ ਦਾ ਜਦੋਂ ਬਚਨ ਸੁਣਿਆ, ਸ਼੍ਰੀ ਗੁਰ ਸੋ ਪੁਨ ਬਚਨ ਉਚਾਰੇ, ਹੱਥ ਜੋੜ ਕੇ ਉਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਆਪ ਕਰੈ ਸੋਈ ਸ਼ੁਭ ਸਨੈ। ਮਹਾਰਾਜ ਆਪ ਜੀ ਦਾ ਬਚਨ ਠੀਕ ਹੈ, ਜਿਵੇਂ ਆਪ ਜੀ ਕਰੋਗੇ ਠੀਕ ਹੀ ਕਰੋਗੇ। ਤੁਹਾਡੀ ਸਲਾਹ, ਤੁਹਾਡੀ ਵਿਚਾਰ ਅਸੀਂ ਸਮਝ ਲਈ ਹੈ। ਆਪ ਜੀ ਕੋਈ ਕੰਮ ਗਲਤ ਕਰ ਨਹੀਂ ਸਕਦੇ। ਹੋਏ ਜੋ ਅਮੰਗਲ ਮੰਗਲ ਬਨੈ, ਜੇ ਕੋਈ ਦੁਖਦਾਈ ਗੱਲ ਵੀ ਹੋਵੇ, ਕੋਈ ਨੁਕਸਾਨ ਵਾਲੀ ਗੱਲ ਵੀ ਹੋਵੇ, ਕੋਈ ਹਾਨੀ ਵਾਲੀ ਗੱਲ ਵੀ ਹੋਵੇ, ਤੁਹਾਡੀ ਕਿਰਪਾ ਨਾਲ ਉਹ ਸੁਖਦਾਈ ਬਣ ਜਾਂਦੀ ਹੈ। ਤਦਪ ਹਮਾਰੇ ਮਨ ਇਮ ਆਵੈ, ਫਿਰ ਵੀ ਮਹਾਰਾਜ ਸਾਡੇ ਮਨ 'ਚ ਇਹ ਵਿਚਾਰ ਆਉਂਦੀ ਹੈ, ਰੱਖੋ ਸੂਤ ਇਹੀ ਬਨ ਆਵੈ, ਵੀ ਜੇ ਜਿੰਨਾ ਹੋ ਸਕੇ ਲੜਾਈ ਟਾਲਣੀ ਚਾਹੀਦੀ ਹੈ। ਜਿੰਨਾ ਵੀ ਹੋ ਸਕੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਵੀ ਲੜਾਈ ਨਾ ਹੋਵੇ। ਕਿਉਂਕਿ ਯੁੱਧ ਕੀ ਬਾਤ ਬੁਰੀ ਸਭ ਤੇ, ਲੜਾਈ 'ਚ ਬੰਦੇ ਮਰਦੇ ਆ, ਦੋਵਾਂ ਪਾਸਿਆਂ ਦੇ ਘਰ ਉਜੜਦੇ ਆ, ਸੁਹਾਗਣਾਂ ਦੇ ਸੁਹਾਗ ਜਾਂਦੇ ਆ, ਭੈਣਾਂ ਦੇ ਵੀਰ ਜਾਂਦੇ ਆ, ਮਾਵਾਂ ਦੇ ਪੁੱਤ ਜਾਂਦੇ ਆ, ਘੋੜੇ ਮਰਦੇ ਆ, ਜਵਾਨ ਮਰਦੇ ਆ, ਜਾਨੀ ਮਾਲੀ ਨੁਕਸਾਨ ਬਹੁਤ ਹੁੰਦਾ। ਸੱਚੇ ਪਾਤਸ਼ਾਹ ਜੀ, ਹੋ ਸਕੇ ਤੇ ਸੂਤ ਹੀ ਬਣਾ ਕੇ ਰੱਖੋ। ਔਰੰਗਜ਼ੇਬ ਨਾਲ ਲੰਮਾ ਸਮਾਂ ਆਪਾਂ ਅਜੇ ਪਤਾ ਨਹੀਂ ਕਿੱਦਾਂ ਸਮਾਂ ਅੱਗੇ ਆਉਣਾ, ਅਜੇ ਨਾ ਵਿਗਾੜੀਏ ਆਪਾਂ ਇੰਨੀ ਛੇਤੀ। ਕੀਰਤਪੁਰ ਮਹਾਰਾਜ ਹਡੇਰਾ, ਇਹ ਕੀਰਤਪੁਰ ਸਾਹਿਬ ਮਹਾਰਾਜ ਤੁਹਾਡੀ ਨਗਰੀ ਹੈ। ਇੱਥੇ ਡੇਰਾ ਗੁਰੂ ਕਾ, ਗੁਰੂ ਦੀ ਫੌਜਾਂ ਬੈਠੀਆਂ ਸੋਹਣੀਆਂ ਲੱਗਦੀਆਂ। ਜਿੰਨੀਆਂ ਇੱਥੇ ਸਹੂਲਤਾਂ ਨੇ, ਜਿੱਥੇ ਗੁਰੂ ਕੀ ਮਹਾਰਾਜ ਸਤਵੇਂ ਛੇਵੇਂ ਪਾਤਸ਼ਾਹ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੁਹਾਡੇ ਪਿਤਾ ਬਾਬਾ ਗੁਰਦਿੱਤਾ ਜੀ ਨੇ ਇਹ ਨਗਰ ਵਸਾਇਆ, ਇੱਥੇ ਰਹਿਣਾ ਚੰਗੀ ਗੱਲ ਹੈ। ਮਹਾਰਾਜ ਪਿਤਾ ਪਿਤਾ ਮੈਂ ਜਹਾ ਬਸੇਰਾ, ਇੱਥੇ ਤੁਹਾਡੇ ਪਿਤਾ ਜੀ ਬਾਬਾ ਗੁਰਦਿੱਤਾ ਜੀ ਰਹੇ ਨੇ, ਇੱਥੇ ਮਹਾਰਾਜ ਵੱਡੇ ਛੇਵੇਂ ਪਾਤਸ਼ਾਹ ਜੀ ਵੀ ਰਹੇ ਨੇ। ਇਸ ਕਰਕੇ ਉਹਨਾਂ ਦੀ ਇਹ ਪਵਿੱਤਰ ਨਗਰੀ ਕੀਰਤਪੁਰ ਸਾਹਿਬ ਛੱਡ ਕੇ ਜਾਣ ਬਾਰੇ ਨਾ ਸੋਚੋ ਅਜੇ। ਸ਼੍ਰੀ ਹਰਗੋਬਿੰਦ ਤਜਿਓ ਸ਼ਰੀਰ, ਫਿਰ ਮਹਾਰਾਜ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਚੋਲਾ ਛੱਡਿਆ ਹੈ। ਜੋਤੀ ਜੋਤ ਸਮਾਏ ਨੇ, ਉਹਨਾਂ ਦਾ ਸੰਸਕਾਰ ਹੋਇਆ, ਉਹਨਾਂ ਦੀ ਜਗ੍ਹਾ ਬਣੀ ਹੈ ਪਤਾਲਪੁਰੀ।
ਉਹ ਗੁਰਦੁਆਰਿਆਂ ਨੂੰ ਛੱਡ ਕੇ, ਗੁਰੂ ਦਰਬਾਰਾਂ ਨੂੰ ਛੱਡ ਕੇ ਕਿੱਥੇ ਜਾਵਾਂਗੇ? ਸ਼੍ਰੀ ਬਾਬਾ ਗੁਰਦਿੱਤਾ ਧੀਰ। ਫਿਰ ਬਾਬਾ ਗੁਰਦਿੱਤਾ ਜੀ ਨੇ ਵੀ ਇੱਥੇ ਹੀ ਚੋਲਾ ਛੱਡਿਆ, ਇੱਥੇ ਆਪੇ ਨੇ ਉਹਨਾਂ ਦਾ ਸਥਾਨ ਬਣਿਆ ਹੈ ਪਹਾੜ ਦੇ ਉੱਤੇ। ਇਸੀ ਸਥਾਨ ਵਿਖੇ ਸੰਸਕਾਰੇ। ਇਹ ਮਹਾਂਪੁਰਸ਼ ਦੋਵੇਂ ਹੀ ਇੱਥੇ ਸੰਸਕਾਰੇ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉਹਨਾਂ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਸੰਸਕਾਰ ਇੱਥੇ ਹੋਇਆ, ਗੁਰੂ ਕੀ ਨਗਰੀ ਕੀਰਤਪੁਰ ਸਾਹਿਬ ਵਿੱਚ। ਆਪ ਬਸਹੁ ਸਭ ਰੀਤ ਸੁਖਾਰੇ। ਆਪ ਜੀ ਵੀ ਸੁਖ ਨਾਲ ਇੱਥੇ ਵਸੋ ਮਹਾਰਾਜ ਜੀਓ। ਸਤਦਰਵ ਕੁਲ ਰੁਚਰ ਇਹ ਦੇਸ਼। ਤੇ ਸਤਲੁਜ ਦਾ ਕੰਢਾ ਹੈ, ਬੜਾ ਇਹ ਪਵਿੱਤਰ ਭਾਗਾਂ ਵਾਲੀ ਧਰਤੀ ਹੈ। ਆਲੇ ਦੁਆਲੇ ਸਤਲੁਜ ਦਰਿਆ ਉੱਤੇ ਪਹਾੜ ਦੀਆਂ ਚੋਟੀਆਂ, ਸ਼ਿਵਾਲਕ ਦੀਆਂ, ਬੜਾ ਮਨ ਨੂੰ ਮੋਹਣ ਵਾਲਾ ਇਹ ਨਜ਼ਾਰਾ ਹੈ। ਇੰਨੀ ਸੋਹਣੀ ਸੁੰਦਰ ਸਵਰਗਾਂ ਵਰਗੀ ਧਰਤੀ ਹੈ ਕੀਰਤਪੁਰ ਸਾਹਿਬ ਗੁਰੂ ਜੀ। ਨਿਕਟ ਖਰੇ ਗਨ ਸੈਲ ਵਿਸ਼ੇਸ਼। ਨੇੜੇ ਨੇੜੇ ਪਹਾੜੀ ਚੋਟੀਆਂ ਸੋਹਣੀਆਂ ਹਨ। ਤ੍ਰਿਣ ਸੁੰਦਰ ਸਭ ਵਾਹਨ ਕਾਰਨ। ਔਰ ਮਹਾਰਾਜ ਘੋੜਿਆਂ ਵਾਸਤੇ ਘਾਹ ਬੜਾ ਸੋਹਣਾ ਇੱਥੇ ਮਿਲਦਾ ਹੈ। ਇੰਨੀ ਫੌਜ ਆ ਆਪਣੇ ਕੋਲ, 2200 ਘੋੜੇ ਲੈ ਕੇ ਮਾਲਵੇ 'ਚ ਕਿੱਥੇ ਜਾਵਾਂਗੇ? ਉੱਥੇ ਮਹਾਰਾਜ ਜੀ ਨਾ ਘੋੜਿਆਂ ਨੂੰ ਘਾਹ ਪੱਠਾ ਮਿਲੇ, ਨਾ ਗੁਰਸਿੱਖਾਂ ਨੂੰ ਚੰਗੀ ਖੁਰਾਕ ਮਿਲੇ, ਕਿਉਂਕਿ ਮਾਲਵੇ ਵਿੱਚ ਪਹਿਲਾਂ ਸਾਧ ਸੰਗਤ ਜੀ ਪਾਣੀ ਦੀ ਕਮੀ ਹੋਣ ਕਰਕੇ ਜਾਂ ਮੋਠ ਬਾਜਰਾ ਹੁੰਦਾ ਸੀ ਤੇ ਤੰਗੀ ਹੁੰਦੀ ਸੀ। ਮਹਾਰਾਜ ਉੱਥੇ ਕਿੰਨਾ ਚਿਰ ਕੱਟਾਂਗੇ? ਹੋ ਸਕਦਾ ਵੀ ਲੜਾਈ ਟਾਲ ਦਿਓ ਤਾਂ ਚੰਗੀ ਗੱਲ ਹੈ, ਪਰ ਜੇ ਨਾ ਟਲੀ ਫਿਰ ਵੱਖਰੀ ਗੱਲ ਹੈ, ਫਿਰ ਤਾਂ ਕਰਾਂਗੇ। ਪਰ ਜੇ ਲੜਾਈ ਨੂੰ ਟਾਲਿਆ ਜਾਵੇ, ਇਹਨਾਂ ਗੱਲਾਂ ਨੂੰ ਵਿਚਾਰ ਕੇ ਵੀ ਇੱਕ ਤਾਂ ਗੁਰੂ ਦੀ ਨਗਰੀ ਨਾ ਛੱਡਣੀ ਪਵੇ, ਸਾਨੂੰ ਕੀਰਤਪੁਰ ਸਾਹਿਬ ਨਾ ਛੱਡਣਾ ਪਵੇ, ਤੇ ਗੁਰੂ ਕੇ ਸਿੱਖਾਂ ਨੂੰ ਦਿੱਕਤਾਂ ਨਾ ਆਉਣ, ਤੁਸੀਂ ਕੋਈ ਇਸ ਗੱਲ ਨੂੰ ਸੂਤ ਕਰਨ ਦੀ ਕੋਸ਼ਿਸ਼ ਕਰੋ, ਬਣਾ ਕੇ ਰੱਖੋ ਤੁਰਕਾਂ ਨਾਲ। ਫਲ ਤਲ ਫੂਲ ਬਾਰ ਬਿਸਤਾਰਨ। ਇਹ ਮਹਾਰਾਜ ਦੀ ਨਗਰੀ ਬੜੀ ਸੋਹਣੀ, ਇੱਥੇ ਬਾਗ ਸੋਹਣੇ ਹਨ, ਫਲ ਫੁੱਲ ਬੜੇ ਹਨ। ਕਿਮ ਤਿਆਗਨ ਇਹ ਚਾਹੋ ਗਸਾਈ। ਇਹ ਸੱਚੇ ਪਾਤਸ਼ਾਹ ਆਪ ਜੀ ਇਹ ਪਵਿੱਤਰ ਧਰਤੀ ਨੂੰ ਕਿਉਂ ਛੱਡਣਾ ਚਾਹੁੰਦੇ ਹੋ? ਬਹੁ ਨੁਕਸਾਨ ਜੇ ਬਦਹ ਲੜਾਈ। ਜੇ ਲੜਾਈ ਹੋਈ ਨਾ ਤੇ ਬੜਾ ਨੁਕਸਾਨ ਹੋਵੇਗਾ, ਕਿਉਂਕਿ ਉਹ ਬਾਦਸ਼ਾਹ ਹੈ, ਔਰੰਗਜ਼ੇਬ ਹੈ, ਉਹਦੇ ਕੋਲ ਫੌਜਾਂ ਨਵੀਆਂ ਹੀ ਆਈ ਜਾਣੀਆਂ ਪਿੱਛੋਂ। ਆਪਣੇ ਕੋਲ ਤਾਂ ਇਹ 2200 ਸਿੱਖ ਹੀ ਨੇ, ਇਹ ਵਿਚਾਰੇ ਕਿੰਨਾ ਚਿਰ ਲੜਨਗੇ? ਚਲੋ ਲੜੀ ਵੀ ਜਾਵਾਂਗੇ, ਨੁਕਸਾਨ ਵੀ ਹੋਵੇਗਾ। ਚੰਗਾ ਹੈ ਵੀ ਜੇ ਆਪਾਂ ਲੜਾਈ ਟਾਲ ਦਈਏ, ਲੜਾਈ ਤੋਂ ਬਚਣਾ ਹੀ ਚੰਗਾ ਹੁੰਦਾ। ਲੜਾਈ ਵਿੱਚ ਪੈਣਾ ਕੋਈ ਮਹਾਰਾਜ ਸਿਆਣਪ ਵਾਲੀ ਗੱਲ ਨਹੀਂ ਹੁੰਦੀ। ਆਪ ਜੀ ਸਮਰੱਥ ਹੋ, ਅੱਗੇ ਜਿਵੇਂ ਤੁਹਾਡੀ ਮਰਜ਼ੀ ਉਵੇਂ ਕਰੋ, ਪਰ ਸਾਡੀ ਸਿੱਖਾਂ ਦੀ ਬੇਨਤੀ ਇਹ ਹੈ ਵੀ ਲੜਾਈ ਵਾਲਾ ਜੇ ਮਾਹੌਲ ਨਾ ਬਣਾਓ। ਸਾਡੀ ਸਾਰਿਆਂ ਦੀ ਇਹੀ ਮਰਜ਼ੀ ਹੈ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਸਿੱਖ ਸੇਵਕ ਸਪਟਨ ਕੀ ਅਰਜੀ। ਸਾਰੇ ਯੋਧਿਆਂ ਦੀ, ਸਾਰੇ ਜਰਨੈਲਾਂ ਦੀ, ਸਾਰੇ ਮਸੰਦਾਂ ਦੀ, ਸਿੱਖਾਂ ਦੀ ਇੱਕੋ ਹੀ ਅਰਦਾਸ ਹੈ, ਗੁਰੂ ਜੀ ਆਪ ਜੀ ਅਜੇ ਲੜਾਈ ਵਾਲਾ ਮਾਹੌਲ ਨਾ ਬਣਨ ਦਿਓ। ਰੱਖੋ ਸੂਤ ਨਾ ਤਿਆਗੋ ਦੇਸ਼। ਮਹਾਰਾਜ ਅਜੇ ਸੂਤ ਹੀ ਰੱਖੋ ਬਣਾ ਕੇ, ਤੇ ਇਹ ਪਹਾੜੀ ਇਲਾਕਾ ਨਾ ਛੱਡੀਏ, ਸੋਹਣਾ ਇਲਾਕਾ ਹੈ। ਆਪਾਂ ਇੱਥੋਂ ਲੜਦੇ ਭਿੜਦੇ ਜਾਵਾਂਗੇ, ਮਾਲਵੇ ਦੀ ਧਰਤੀ ਤੇ ਜਾਵਾਂਗੇ, ਫਿਰ ਲੜਾਈ ਤਾਂ ਉੱਥੇ ਵੀ ਹੋਵੇਗੀ, ਤਾਂ ਉੱਥੇ ਫਿਰ ਮਲਵਈ ਸਿੱਖਾਂ ਨੂੰ ਵੀ ਤੰਗੀ ਹੋਵੇਗੀ। ਉੱਥੇ ਮਹਾਰਾਜ ਠੀਕ ਹੈ ਵੀ ਆਪਾਂ ਉੱਥੇ ਦੁਸ਼ਮਣ ਨੂੰ ਡਾਹ ਨਹੀਂ ਦਿਆਂਗੇ, ਮਾਲਵੇ ਦੀ ਧਰਤੀ ਸਿੱਖਾਂ ਦੀ ਜ਼ਿਆਦਾ ਹੈ। ਉਹ ਜਿਹੜੇ ਮਲਵਈ ਸਿੱਖ ਹਨ ਉਹ ਲੜਾਕੇ ਵੀ ਹਨ, ਤੇ ਉਹ ਤੁਹਾਡੇ ਕਹਿਣੇ 'ਤੇ ਮਰ ਮਿਟਦੇ ਹਨ। ਪਰ ਫਿਰ ਵੀ ਗੁਰੂ ਸਾਹਿਬ ਜੀ ਇੰਨਾ ਸਮਾਂ ਜਿਹੜਾ ਹੈ ਉਹ ਨਾ ਬਣਨ ਦਿਓ, ਮਾਹੌਲ ਖਰਾਬ ਨਾ ਹੋਣ ਦਿਓ। ਜੇ ਜਿੰਨਾ ਕੁ ਟਲਦਾ ਹੈ ਲੜਾਈ ਨੂੰ ਟਾਲੋ। ਹਾਂਜੀ, ਸਭ ਕੁਝ ਤੁਮਰੇ ਹੱਥ ਵਿਸ਼ੇਸ਼। ਸਭ ਕੁਝ ਤੁਹਾਡੇ ਹੱਥ ਵਿੱਚ ਹੈ ਮਹਾਰਾਜ ਜੀ। ਆਪ ਜੀ ਜਿਵੇਂ ਵੀ ਕਰ ਸਕਦੇ ਹੋ ਮਸਲਾ ਹੱਲ ਕਰੋ। ਜਥਾ ਹਿਰਦੈ ਰੁਚ ਤਥਾ ਕਰੰਤੇ। ਹਾਂ, ਜਿਵੇਂ ਆਪ ਜੀ ਦੀ ਰੁਚੀ ਹੋਵੇ ਉਵੇਂ ਕਰ ਸਕਦੇ ਹੋ, ਤੁਹਾਡੇ ਮਹਾਰਾਜ ਸਮਰੱਥਾ ਹੈ। ਤੁਮ ਸਭ ਹਿਨ ਸਿਰ ਮਾਰ ਮਹੰਤੇ। ਤੁਸੀਂ ਸਾਰਿਆਂ ਦੇ ਸ਼੍ਰੋਮਣੀ ਹੋ, ਵੱਡੇ ਹੋ ਮਹਾਰਾਜ। ਇਮ ਪਰ ਬਿਰਤ ਰਹਿਓ ਬਿਰਤਾਂਤ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਦੇ ਦਰਬਾਰ ਵਿੱਚ ਸ੍ਰੀ ਕੀਰਤਪੁਰ ਸਾਹਿਬ ਚਰਚਾ ਚੱਲ ਰਹੀ ਹੈ। ਸਤਿਗੁਰੂ ਸਿੱਖਾਂ ਨਾਲ ਸਲਾਹ ਕਰ ਰਹੇ ਨੇ, ਕੀ ਕਰੀਏ ਹੁਣ ਬਈ? ਦਿੱਲੀ ਬਾਦਸ਼ਾਹ ਦੀ ਕਰਾਮਾਤ ਦੀ ਮੰਗ ਹੈ, ਕਰਾਮਾਤ ਵਾਲਾ ਕੋਈ ਮਹਾਂਪੁਰਸ਼ ਜਾਵੇ। ਉਹ ਕਹਿੰਦੇ ਮਹਾਰਾਜ ਹੋਰ ਜਿੱਥੇ ਮਰਜ਼ੀ ਭੇਜ ਦਿਓ, ਔਰੰਗਜ਼ੇਬ ਦੇ ਸਾਹਮਣੇ ਜਾਣਾ ਔਖਾ ਲੱਗਦਾ। ਮਹਾਰਾਜ ਤੁਸੀਂ ਜਾਓ। ਮਹਾਰਾਜ ਕਹਿੰਦੇ ਅਸੀਂ ਨਹੀਂ ਜਾਣਾ, ਕਿਉਂਕਿ ਅਸੀਂ ਉਹਦੇ ਦਰਸ਼ਨ ਨਹੀਂ ਕਰਨੇ ਪਾਪੀ ਦੇ। ਫਿਰ ਹੁਣ ਕੀ ਕੀਤਾ ਜਾਵੇ? ਮਹਾਰਾਜ ਕਹਿੰਦੇ ਫਿਰ ਜੰਗ ਕਰਾਂਗੇ। ਸਿੱਖ ਕਹਿੰਦੇ ਮਹਾਰਾਜ ਜੰਗ ਨਾ ਕਰੋ, ਜੰਗ ਦੇ 'ਚ ਨੁਕਸਾਨ ਹੋਵੇਗਾ। ਇਹ ਗੱਲਬਾਤ ਚੱਲ ਰਹੀ ਸੀ।
ਬੜਤਾਤ। ਉਸ ਵੇਲੇ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਦਰਬਾਰ ਵਿੱਚ ਆ ਗਏ। ਸਹਿਜ ਸੁਭਾਇਕ ਬੈਠੋ ਆਏ। ਆ ਕੇ ਸਹਿ ਸੁਭਾਅ ਪਿਤਾ ਜੀ ਨੂੰ ਮੱਥਾ ਟੇਕ ਕੇ ਗੁਰੂ ਸਾਹਿਬ ਸਤਵੇਂ ਪਾਤਸ਼ਾਹ ਦੀ ਗੋਦ ਵਿੱਚ ਜਾਂ ਉਹਨਾਂ ਦੇ ਚਰਨਾਂ 'ਚ ਬੈਠ ਗਏ। ਜਹਾਂ ਦਿਸ਼ ਦੇਖਤ ਦ੍ਰਿਸ਼ਟ ਚਲਾਏ। ਤੇ ਬਾਬਾ ਰਾਮ ਰਾਏ ਜੀ ਨੇ ਸਾਰੇ ਪਾਸੇ ਵੇਖਿਆ ਵੀ ਬੜੇ ਬੜੇ ਮਹਾਂਪੁਰਸ਼ ਬੈਠੇ ਐ। ਬੇਦੀ ਸਾਹਿਬਜ਼ਾਦੇ ਆਏ ਹੋਏ ਨੇ, ਭੱਲੇ ਸਾਹਿਬਜ਼ਾਦੇ, ਤ੍ਰੇਹਣ ਸਾਹਿਬਜ਼ਾਦੇ, ਸੋਢੀ ਸਾਹਿਬਜ਼ਾਦੇ ਆਏ ਨੇ। ਕਹਿਤ ਭਇਓ ਕਿਆ ਹੋਏ ਅਹਲਾਦੇ। ਕਹਿੰਦੇ ਅੱਜ ਕੀ ਸਮਾਗਮ ਹੈ, ਅੱਜ ਕੀ ਪ੍ਰੋਗਰਾਮ ਹੈ ਵੀ ਸਾਰੇ ਹੀ ਮਹਾਂਪੁਰਸ਼ ਆਏ ਨੇ। ਆਨ ਮਿਲੇ ਸਭ ਸਾਹਿਬਜ਼ਾਦੇ। ਸਾਰੇ ਸਾਹਿਬਜ਼ਾਦੇ ਆਏ ਨੇ। ਚਾਰ ਪ੍ਰਕਾਰ ਗੁਰੂ ਦੇ ਸਾਹਿਬਜ਼ਾਦੇ ਹਨ। ਚਾਰ ਤਰ੍ਹਾਂ ਦੀ ਚਾਰ ਬੰਸ ਨੇ। ਇੱਕ ਤਾਂ ਬੇਦੀ ਨੇ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ, ਇੱਕ ਤ੍ਰੇਹਣ ਨੇ ਜਿਹੜੇ ਗੁਰੂ ਅੰਗਦ ਦੇਵ ਜੀ ਦੀ ਅੰਸ਼ ਬੰਸ ਹੈ, ਭੱਲੇ ਸਾਹਿਬਜ਼ਾਦੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ ਹੈ, ਤੇ ਸੋਢੀ ਸਾਹਿਬਜ਼ਾਦੇ ਗੁਰੂ ਰਾਮਦਾਸ ਜੀ ਦੀ ਅੰਸ਼ ਬੰਸ। ਅੱਜ ਸਾਰੇ ਇਕੱਠੇ ਹੋਏ ਹੋ, ਕੀ ਗੱਲ ਹੈ? ਬੇਦੀ ਤ੍ਰੇਹਣ ਭੱਲੇ ਬੰਸ। ਬੇਦੀ ਵੀ ਆਏ ਨੇ, ਗੁਰੂ ਅੰਗਦ ਦੇਵ ਜੀ ਦੀ ਬੰਸ, ਤ੍ਰੇਹਣ ਭੱਲੇ ਸਾਰੇ ਆਏ ਨੇ। ਸੋਢੀ ਇਕੱਠੇ ਭੇ ਜਨ ਹੰਸ। ਇਹ ਸੋਢੀ ਇਦਾਂ ਸਾਰੇ ਇਕੱਠੇ ਜਿਵੇਂ ਹੰਸਾਂ ਦੀ ਡਾਰ ਇਕੱਠੀ ਹੁੰਦੀ, ਸਾਰੇ ਇਦਾਂ ਬੈਠੇ ਆ ਕੇ। ਕਰਨੋ ਹੈ ਅਸ ਕਾਰਜ ਕੌਣ। ਇਹੋ ਜਿਹਾ ਕੀ ਕੰਮ ਹੈ ਵੀ ਸਾਰੇ ਬੜੀ ਸਲਾਹ ਮਸ਼ਵਰਾ ਕਰ ਰਹੇ ਹੋ, ਬੜੀ ਵਿਚਾਰ ਕਰ ਰਹੇ ਹੋ। ਸਕਲ ਮਿਲੇ ਕਹਿ ਕੇ ਇੱਕ ਭਾਨ। ਸਾਰੇ ਇੱਕ ਥਾਂ ਤੇ ਇਕੱਠੇ ਹੋਏ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਸਵਾਲ ਕਰ ਰਹੇ ਨੇ। ਸਾਰਿਆਂ ਨੇ ਉਹਨਾਂ ਦੀ ਗੱਲ ਸੁਣੀ ਹੈ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਹੈ। ਫਿਰ ਬਾਬਾ ਰਾਮ ਰਾਏ ਜੀ ਕੀ ਬੋਲੇ ਹਨ ਤੇ ਉਹਨਾਂ ਦੇ ਬਚਨ ਸੁਣ ਕੇ ਫਿਰ ਸਾਰੇ ਸਿੱਖਾਂ ਨੇ ਇੱਕ ਜਵਾਨ ਹੋ ਕੇ ਉਹਨਾਂ ਉੱਤੇ ਹੀ ਗੱਲ ਪਾਤੀ ਵੀ ਤੁਸੀਂ ਹੀ ਜਾਓ। ਹੁਣ ਇਹ ਕਥਾ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਦਿੱਲੀ ਨੂੰ ਤੁਰਨਗੇ ਤੇ ਦਿੱਲੀ ਜਾ ਕੇ ਔਰੰਗਜ਼ੇਬ ਦੀ ਕਚਹਿਰੀ ਵਿੱਚ ਬਾਬਾ ਜੀ ਉਹ ਬੇਅੰਤ ਸ਼ਕਤੀਆਂ ਕਰਾਮਾਤਾਂ ਦਿਖਾਣਗੇ। ਔਰੰਗਜ਼ੇਬ ਨੂੰ ਦੱਸ ਦੇਣਗੇ ਵੀ ਤੂੰ ਭੁਲੇਖੇ ਵਿੱਚ ਹੈ, ਗੁਰੂ ਘਰ ਦੇ ਤੇ ਕੁੱਤਿਆਂ ਵਿੱਚ ਵੀ ਕਰਾਮਾਤ ਹੁੰਦੀ ਹੈ। ਉਹ ਸ਼ਕਤੀ ਜਿਹੜੀ ਗੁਰੂ ਸਾਹਿਬ ਜੀ ਦੀ, ਗੁਰੂ ਨਾਨਕ ਸਾਹਿਬ ਦੇ ਘਰ ਦੀ ਹੈ, ਉੱਥੇ ਜ਼ਾਹਰ ਕਰਕੇ ਬਾਬਾ ਰਾਮ ਰਾਏ ਜੀ ਦਿਖਾਣਗੇ। ਤੇ ਉਸ ਤੋਂ ਬਾਅਦ ਕੀ ਸਾਰੀ ਲੰਮੀ ਕਥਾ ਹੈ ਅੱਗੇ ਸ਼ੁਰੂ ਹੋਵੇਗੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ।